मिलाया जिना तुरे पया संजोग। सतगुरु श्री गुरु ग्रंथ साहिब सच्चे पातशाह जी तिन्हां दी पावन पवित्र हजूरी अंदर सतगुरु श्री गुरु तेग बहादुर पातशाह जी ਅਤੇ ਸਤਿਗੁਰਾਂ ਦੇ ਮਹਾਨ ਗੁਰਸਿੱਖ ਪਿਆਰਿਆਂ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਹਾਜ਼ਰੀ ਭਰ ਰਹੀ ਜੁੜ ਬੈਠੀ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ, ਪਾਤਸ਼ਾਹ ਨੇ ਅਪਾਰ ਰਹਿਮਤ ਬਖਸ਼ਿਸ਼ ਸਾਡੇ ਸਾਰਿਆਂ ਤੇ ਵਰਤਾਈ ਹੈ, ਜੋ ਆਪਣੇ ਪਾਵਨ ਚਰਨਾਂ ਅੰਦਰ ਜੁੜ ਬੈਠਣ ਦਾ ਇਹ ਸੁਭਾਗੜਾ ਸਮਾਂ ਸਾਨੂੰ ਬਖਸ਼ਿਆ ਹੈ। ਬਹੁਤ ਹੀ ਸਤਿਕਾਰਯੋਗ ਗੁਰੂ ਪਿਆਰਿਆਂ ਪਾਸੋਂ ਆਪ ਜੀ ਨੇ ਆਸਾ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ, ਉਪਰੰਤ ਇਸ ਪਾਵਨ ਇਤਿਹਾਸਿਕ ਅਸਥਾਨ ਤੇ ਲੜੀਵਾਰ ਚੱਲ ਰਹੀ ਗੁਰੂ ਸ਼ਬਦ ਦੀ ਵਿਚਾਰ ਦੇ ਤਹਿਤ ਅੱਜ ਜਿਹੜੇ ਪਾਵਨ ਬਚਨਾਂ ਦੀ ਵਿਚਾਰ ਦੇ ਨਾਲ ਅਸੀਂ ਜੁੜਨਾ ਹੈ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਜੀ ਤਿन्हां ਦੇ ਕੋਲੋਂ ਆਪ ਜੀ ਨੇ ਉਹਨਾਂ ਪਾਵਨ ਬਚਨਾਂ ਦਾ ਮੂਲ ਪਾਠ ਸ਼ਰਵਣ ਕੀਤਾ ਹੈ। ਆਓ ਸਤਿਗੁਰੂ ਪਾਤਸ਼ਾਹ ਜੀ ਦਾ ਓਟ ਆਸਰਾ ਲੈਂਦਿਆਂ ਹੋਇਆਂ ਅੱਜ ਦੇ ਇਸ ਪਾਵਨ ਸ਼ਬਦ ਦੀ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਸਾਰੀ ਸੰਗਤ ਪਿਆਰ ਅਦਬ ਸਹਿਤ ਸਤਿਗੁਰਾਂ ਦੀ ਬਖਸ਼ਿਸ਼ ਫਤਿਹ ਸਾਂਝੀ ਕਰੋ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਦੇ ਸਿਰ ਤਾਜ ਬਾਣੀ ਕੇ ਬੋਹਿਥ ਪੰਚਮ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤਿਨਾਂ ਦੀ ਪਾਵਨ ਰਸਨਾ ਤੋਂ ਇਹ ਪਾਵਨ ਸ਼ਬਦ ਉਚਾਰਨ ਹੋਏ ਹਨ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 378 ਪੁਰ ਆਸਾ ਰਾਗ ਦੇ ਅੰਦਰ ਸੁਸ਼ੋਭਿਤ ਹਨ। ਸਾਧ ਸੰਗਤ, ਜਿੰਨੇ ਵੀ ਅਸੀਂ ਸੰਸਾਰਿਕ ਜੀਵ ਹਾਂ, ਸਾਡੀ ਸਾਰਿਆਂ ਦੀ ਇੱਕ ਲੋਚਾ ਇੱਕ ਚਾਹਤ ਹੁੰਦੀ ਹੈ ਕਿ ਸਾਡਾ ਜੀਵਨ ਸੁਖਮਈ ਹੋਵੇ, ਸਾਡੇ ਜੀਵਨ ਦੇ ਵਿੱਚ ਸੁੱਖ ਹੋਣ। ਦੁਨੀਆ ਦਾ ਹਰ ਇੱਕ ਇਨਸਾਨ ਸੁੱਖ ਚਾਹੁੰਦਾ ਹੈ, ਸੁੱਖ ਲੋਚਦਾ ਹੈ। ਕੋਈ ਵੀ ਇਨਸਾਨ ਇਹੋ ਜਿਹਾ ਨਹੀਂ ਹੋਵੇਗਾ ਜਿਹੜਾ ਆਪਣੀ ਜ਼ਿੰਦਗੀ ਦੇ ਅੰਦਰ ਦੁੱਖ ਚਾਹੁੰਦਾ ਹੋਵੇ। ਅੱਜ ਸਤਿਗੁਰੂ ਪਾਤਸ਼ਾਹ ਜੀ ਇਹਨਾਂ ਪਾਵਨ ਬਚਨਾਂ ਦੇ ਅੰਦਰ ਸਾਨੂੰ ਇਹ ਬੜੀ ਸੋਹਣੀ ਯੁਕਤੀ ਦੱਸ ਰਹੇ ਨੇ, ਬੜੇ ਸੋਹਣੇ ਉਪਦੇਸ਼ ਦ੍ਰਿੜ ਕਰਵਾ ਰਹੇ ਨੇ ਕਿ ਸਾਡਾ ਇਹ ਜੀਵਨ ਸੁਖਮਈ ਕਿਵੇਂ ਬਣ ਜਾਵੇ, ਇਸ ਜੀਵਨ ਦੇ ਵਿੱਚੋਂ ਦੁੱਖ ਕਲੇਸ਼ ਤਾਪ ਸੰਤਾਪ ਕਿਵੇਂ ਖਤਮ ਹੋਣ, ਕਿਵੇਂ ਦੂਰ ਹੋਣ, ਜੀਵਨ ਆਨੰਦਮਈ ਕਿਵੇਂ ਬਣ ਜਾਵੇ, ਸੁੱਖ ਜ਼ਿੰਦਗੀ ਦੇ ਵਿੱਚ ਕਿਵੇਂ ਆਉਣ। ਫਿਰ ਸੁੱਖ ਵੀ ਉਹ ਨਹੀਂ ਜਿਹੜੇ ਛਿਣ ਭੰਗਰ ਦੇ ਹੋਣ, ਸਦੀਵੀ ਸੁੱਖ ਜੀਵਨ ਦੇ ਵਿੱਚ ਕਿਵੇਂ ਬਣ ਜਾਵੇ, ਕਿਉਂਕਿ ਛਿਣ ਭੰਗਰ ਦੇ ਸੁੱਖ ਤੇ ਜਿਹੜੇ ਨੇ ਉਹ ਮਨੁੱਖ ਨੂੰ ਮਿਲਦੇ ਹੀ ਰਹਿੰਦੇ ਨੇ, ਪਰ ਉਹਨਾਂ ਦੇ ਨਾਲ ਮਨੁੱਖ ਦਾ ਸਾਰਾ ਜੀਵਨ ਆਨੰਦਮਈ ਨਹੀਂ ਬਣਦਾ। ਸਾਧ ਸੰਗਤ, ਅੱਜ ਦੇ ਇਸ ਪਾਵਨ ਬਚਨ ਦਾ ਜੋ ਕੇਂਦਰੀ ਭਾਵ ਹੈ, ਸਤਿਗੁਰੂ ਪਾਤਸ਼ਾਹ ਜੀ ਰਹਾਉ ਦੇ ਪਾਵਨ ਬਚਨਾਂ ਦੇ ਵਿੱਚ ਬੜਾ ਪਿਆਰਾ ਸਾਨੂੰ ਸਮਝਾ ਰਹੇ ਹਨ। ਰਹਾਉ ਦੇ ਬਚਨ ਹਨ, ਤਾਪ ਗਿਆ ਬਚਨ ਗੁਰ ਪੂਰੇ, ਅਣਦ ਭਇਆ ਸਭ ਮਿਟੇ ਵਸੂਰੇ। ਆਪ ਜੀ ਗੁਰਮੁਖ ਪਿਆਰੇ ਰੋਜ਼ਾਨਾ ਹੀ ਇਲਾਹੀ ਬਾਣੀ ਦੀ ਕਥਾ ਵਿਚਾਰ ਸ਼ਰਵਣ ਕਰਨ ਵਾਲੇ ਜੁੜ ਬੈਠੇ ਹੋ ਤੇ ਭਲੀ ਭਾਂਤ ਜਾਣਦੇ ਹੋ ਕਿ ਜਿਹੜੇ ਪਾਵਨ ਬਚਨਾਂ ਦੇ ਅੰਦਰ
ਰਹਾਉ ਦੀਆਂ ਪੰਕਤੀਆਂ ਹੁੰਦੀਆਂ ਨੇ, ਉੱਥੇ ਉਸ ਪਾਵਨ ਸ਼ਬਦ ਦੀ ਸਮੁੱਚੀ ਵਿਚਾਰ, ਉਹਦਾ ਤੱਤਸਾਰ, ਉਹਦਾ ਕੇਂਦਰੀ ਭਾਵ ਜਾਂ ਕਹਿ ਲਈਏ ਕਿ ਸੈਂਟਰਲ ਆਈਡੀਆ ਉਹ ਰਹਾਉ ਦੇ ਬਚਨਾਂ ਦੇ ਵਿੱਚ ਹੁੰਦਾ ਹੈ। ਤੇ ਅੱਜ ਦੇ ਸ਼ਬਦ ਦੇ ਰਹਾਉ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਸਾਡੇ ਜੀਆਂ ਤੇ ਤਰਸ ਕਰਕੇ, ਸਾਡੇ ਤੇ ਬਖਸ਼ਿਸ਼ ਕਰਕੇ ਸਾਨੂੰ ਬੜਾ ਪਿਆਰਾ ਉਪਦੇਸ਼ ਦ੍ਰਿੜ ਕਰਵਾ ਰਹੇ ਨੇ। ਪਾਤਸ਼ਾਹ ਦੇ ਬਚਨ ਹਨ, ਜਿਸ ਨੇ ਗੁਰੂ ਦੇ ਬਚਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲਿਆ, ਜਿਹੜਾ ਮਨੁੱਖ ਗੁਰੂ ਦੇ ਨਾਲ ਜੁੜ ਗਿਆ, ਗੁਰੂ ਵਾਲਾ ਬਣ ਗਿਆ, ਗੁਰੂ ਦੇ ਉਪਦੇਸ਼ਾਂ ਦਾ, ਬਚਨਾਂ ਦਾ ਧਾਰਨੀ ਬਣ ਗਿਆ, ਤੇ ਗੁਰੂ ਵੀ ਕਿਹੜਾ ਹੋਵੇ, ਪੂਰੇ ਗੁਰੂ ਦੇ ਉਪਦੇਸ਼ਾਂ ਦਾ, ਜਿਹੜਾ ਪੂਰੇ ਗੁਰੂ ਦੀ ਸੰਗਤ ਵਿੱਚ ਜੁੜ ਕੇ ਪੂਰੇ ਗੁਰੂ ਦੇ ਬਚਨਾਂ ਦੇ ਨਾਲ ਜੁੜ ਗਿਆ, ਉਹਦੇ ਤੇ ਕੀ ਬਖਸ਼ਿਸ਼ ਹੁੰਦੀ ਹੈ? ਤਾਪ ਗਿਆ ਬਚਨ ਗੁਰ ਪੂਰੇ। ਉਹਦੀ ਜ਼ਿੰਦਗੀ ਦੇ ਵਿੱਚੋਂ ਤਾਪ ਖਤਮ ਹੋ ਜਾਂਦਾ ਹੈ। ਤਾਪ ਦਾ ਭਾਵ ਹੈ ਤਪਸ਼, ਤਾਪ ਦਾ ਭਾਵ ਹੈ ਤਪਣਾ। ਸਾਧ ਸੰਗਤ, ਤਾਪ ਇੱਕ ਰੋਗ ਹੈ। ਅਸੀਂ ਅਕਸਰ ਹੀ ਪੇਂਡੂ ਭਾਸ਼ਾ ਦੇ ਵਿੱਚ, ਠੇਠ ਪੰਜਾਬੀ ਦੇ ਵਿੱਚ, ਜਦੋਂ ਕਿਸੇ ਨੂੰ ਬੁਖਾਰ ਹੋਵੇ, ਫੀਵਰ ਹੋਵੇ, ਤੇ ਉਹਦੇ ਵਾਸਤੇ ਤਾਪ ਸ਼ਬਦ ਵੀ ਵਰਤਦੇ ਹਾਂ ਕਿ ਤਾਪ ਚੜ੍ਹਿਆ ਹੋਇਆ ਹੈ। ਵੈਸੇ ਸਾਧ ਸੰਗਤ, 3 ਤਰ੍ਹਾਂ ਦੇ ਤਾਪ ਮੰਨੇ ਗਏ ਹਨ। ਗੁਰਬਾਣੀ ਦੇ ਅੰਦਰ ਵੀ ਇਹਨਾਂ 3 ਤਾਪਾਂ ਦਾ ਜ਼ਿਕਰ ਪਾਤਸ਼ਾਹ ਬਾਣੀ ਦੇ ਅੰਦਰ ਕਰਦੇ ਹਨ। ਉਹ 3 ਤਾਪ ਹਨ, ਆਦ, ਵਿਆਦ ਤੇ ਉਪਾਦ। ਆਦ ਦਾ ਭਾਵ ਹੈ ਉਹ ਤਾਪ ਜਿਹੜੇ ਮਨੁੱਖ ਦੇ ਮਨ ਨੂੰ ਲੱਗਦੇ ਹਨ। ਚਿੰਤਾਵਾਂ, ਝੋਰੇ, ਇਹ ਸਾਰੇ ਮਨ ਦੇ ਦੁੱਖ ਹਨ ਜਿਹੜੇ ਮਨ ਨੂੰ ਦੁਖੀ ਕਰਦੇ ਨੇ। ਵਿਆਦ ਦਾ ਭਾਵ ਹਨ ਉਹ ਤਾਪ, ਸਾਧ ਸੰਗਤ, ਜਿਹੜੇ ਸਰੀਰ ਨੂੰ ਦੁਖੀ ਕਰਦੇ ਹਨ, ਭਾਵ ਕਿ ਰੋਗ ਜਾਂ ਕੋਈ ਜ਼ਖਮ ਫੱਟ ਸਰੀਰ ਨੂੰ ਲੱਗ ਜਾਵੇ। ਤੇ ਉਪਾਦ ਹਨ ਸਾਧ ਸੰਗਤ ਜੀ ਉਹ ਦੁੱਖ ਜਿਹੜੇ ਕਿਸੇ ਝਗੜੇ ਤੋਂ, ਕਿਸੇ ਦੂਸਰੇ ਵੱਲੋਂ ਕਹੇ ਗਏ ਮਾੜੇ ਬਚਨਾਂ ਤੋਂ ਪੈਦਾ ਹੁੰਦੇ ਹਨ। ਇਹ 3 ਤਰ੍ਹਾਂ ਦੇ ਤਾਪ ਜਿਹੜੇ ਹਨ ਉਹ ਮੰਨੇ ਜਾਂਦੇ ਹਨ। ਸਤਿਗੁਰੂ ਪਾਤਸ਼ਾਹ ਜੀ ਬਾਣੀ ਦੇ ਅੰਦਰ ਬੜੇ ਪਿਆਰੇ ਬਚਨ ਕਰਦੇ ਹਨ ਕਿ ਇੱਕ ਦੁੱਖ ਨਹੀਂ, 2 ਦੁੱਖ ਨਹੀਂ, 3 ਤਰ੍ਹਾਂ ਦੇ ਇਹ ਸਾਰੇ ਹੀ ਦੁੱਖ ਉਹਨਾਂ ਜੀਆਂ ਦੇ ਖਤਮ ਹੋ ਜਾਂਦੇ ਹਨ ਜਿਨ੍ਹਾਂ ਦੇ ਜੀਵਨ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਮ ਦਾ ਵਾਸਾ ਹੋ ਜਾਵੇ, ਜਿਨ੍ਹਾਂ ਦੇ ਜੀਵਨ ਦੇ ਅੰਦਰ, ਹਿਰਦੇ ਘਰ ਦੇ ਅੰਦਰ ਪਰਮਾਤਮਾ ਦਾ ਨਾਮ ਆ ਕੇ ਵਸ ਜਾਵੇ। ਪਾਤਸ਼ਾਹ ਦੇ ਬਾਣੀ ਦੇ ਅੰਦਰ ਬਚਨ ਹਨ, ਬਿਰਾਜਤ ਰਾਮ ਕੋ ਪ੍ਰਤਾਪ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਬਲ ਬਿਰਾਜਮਾਨ ਹੋ ਗਿਆ, ਸੁਸ਼ੋਭਿਤ ਹੋ ਗਿਆ। ਸਿੱਧੇ ਸ਼ਬਦਾਂ ਵਿੱਚ ਕਹੀਏ, ਰੱਬ ਦਾ ਨਾਮ ਜਿਹਦੇ ਹਿਰਦੇ ਦੇ ਵਿੱਚ ਵਸ ਗਿਆ, ਸਿਮਰਨ ਬੰਦਗੀ ਜਿਸ ਦੇ ਜੀਵਨ ਦੇ ਵਿੱਚ ਆ ਗਈ, ਉਹਦੇ ਤੇ ਕੀ ਕਿਰਪਾ ਹੁੰਦੀ ਹੈ। ਆਦ ਵਿਆਦ ਉਪਾਦ ਸਭ ਨਾਸੀ, ਬਿਨਸੇ ਤੀਨੇ ਤਾਪ। ਉਹਦੀਆਂ ਇਹ ਆਦੀਆਂ, ਵਿਆਦੀਆਂ, ਉਪਾਦੀਆਂ, ਹਰ ਤਰ੍ਹਾਂ ਦੇ ਸਾਰੇ ਹੀ ਰੋਗ ਕਲੇਸ਼ ਦੂਰ ਹੋ ਜਾਂਦੇ ਨੇ। ਸਾਧ ਸੰਗਤ, ਵੈਸੇ ਪਾਵਨ ਬਾਣੀ ਦੇ ਅੰਦਰ ਸਾਧ ਸੰਗਤ ਵਿਸ਼ੇ ਵਿਕਾਰਾਂ ਨੂੰ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਤਾਪ ਆਖਿਆ ਹੈ। ਬਾਣੀ ਦੇ ਬੜੇ ਪਿਆਰੇ ਬਚਨ ਹਨ, ਰਮ ਰਾਮ 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 ਜਾਪ, ਇਹ ਭਲਿਆ ਮਨੁੱਖਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਮ ਦਾ ਜਾਪ ਕਰ, ਨਾਮ ਦੇ ਨਾਲ ਜੁੜ। ਤੇ ਜੇ ਤੂੰ ਪਰਮਾਤਮਾ ਦਾ ਸਿਮਰਨ ਕਰੇਗਾ, ਨਾਮ ਜਪੇਗਾ, ਤੇ ਫਿਰ ਤੇਰੇ ਤੇ ਕੀ ਬਖਸ਼ਿਸ਼ ਹੋਵੇਗੀ, ਤੇਰੇ ਤੇ ਕੀ ਕਿਰਪਾ ਹੋਵੇਗੀ। ਕਾਮ ਕ੍ਰੋਧ ਲੋਭ ਮੋਹ ਬਿਨਸ ਜਾਏ ਅਹੰਤਾਪ, ਤੇਰੇ ਜੀਵਨ ਦੇ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਤਾਪ ਦੂਰ ਹੋ ਜਾਵੇਗਾ। 5 ਵਿਸ਼ਿਆਂ ਵਿਕਾਰਾਂ ਨੂੰ ਵੀ ਤਾਪ ਬਾਣੀ ਦੇ ਅੰਦਰ ਆਖਿਆ ਗਿਆ ਹੈ। ਸਾਧ ਸੰਗਤ, ਤੇ ਸ਼ਬਦ ਦੇ ਪ੍ਰਕਰਨ ਦੇ ਅਨੁਸਾਰ ਅੱਜ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਇਹੋ ਹੀ ਸੋਝੀ ਦ੍ਰਿੜ ਕਰਵਾ ਰਹੇ ਨੇ ਕਿ ਇਹ ਵਿਸ਼ਿਆਂ ਵਿਕਾਰਾਂ ਦਾ ਤਾਪ ਜੀਵਨ ਦੇ ਵਿੱਚੋਂ ਕਿਵੇਂ ਖਤਮ ਹੋ ਜਾਵੇ, ਇਹ ਤਾਪ ਮਨੁੱਖ ਦੇ ਜੀਵਨ ਦੇ ਵਿੱਚੋਂ ਕਿੱਦਾਂ ਨਿਕਲ ਜਾਵੇ, ਕਿਹੜੀ ਬਖਸ਼ਿਸ਼ ਜੀਵ ਤੇ ਹੁੰਦੀ ਹੈ, ਕਿਸ ਤਰੀਕੇ ਦੇ ਨਾਲ ਉਹ ਕਿਹੜੀ ਸੋਹਣੀ ਜੀਵਨ ਦੀ ਜੁਗਤੀ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਕਰ ਦਿੱਤਾ, ਜੇ ਮਨੁੱਖ ਤੂੰ ਚਾਹੁੰਦਾ ਹੈ ਕਿ ਐਸੇ ਤਾਪ ਤੋਂ, ਐਸੇ ਰੋਗਾਂ ਤੋਂ ਤੂੰ ਬਚਿਆ ਰਵੇਂ, ਤੇਰਾ ਜੀਵਨ ਬਚ ਜਾਵੇ, ਤੇ ਕਰਨਾ ਕੀ ਹੈ। ਤਾਪ ਗਿਆ ਬਚਨ ਗੁਰ ਪੂਰੇ, ਪੂਰੇ ਗੁਰੂ ਦੇ ਬਚਨਾਂ ਨੂੰ ਆਪਣੇ ਹਿਰਦੇ ਘਰ ਦੇ ਵਿੱਚ ਰੱਖ, ਆਪਣੇ ਹਿਰਦੇ ਘਰ ਦੇ ਵਿੱਚ ਟਿਕਾ ਗੁਰੂ ਦੇ ਉਪਦੇਸ਼ਾਂ ਨੂੰ। ਪਰ ਕਿਹੜੇ ਗੁਰੂ ਦੇ? ਪੂਰੇ ਗੁਰੂ ਦੇ। ਸਾਧ ਸੰਗਤ, ਇਸ ਸੰਸਾਰ ਦੇ ਅੰਦਰ ਅਧੂਰਿਆਂ ਦੀ ਵੀ ਕੋਈ ਕਮੀ ਨਹੀਂ, ਕੱਚੇ ਗੁਰੂਆਂ ਦੀ ਵੀ ਕੋਈ ਕਮੀ ਨਹੀਂ, ਪਰ ਮੁਕਤੀ ਮਿਲਦੀ ਹੈ, ਮਨੁੱਖ ਦਾ ਪਾਰ ਉਤਾਰਾ ਹੁੰਦਾ ਹੈ ਕੇਵਲ ਤੇ ਕੇਵਲ ਪੂਰੇ ਗੁਰੂ ਦੇ ਨਾਲ ਜੁੜਿਆ, ਅਧੂਰੇ ਦੇ ਨਾਲ ਨਹੀਂ। ਖਿਆਲ ਕਰੋ, ਸੁਖਮਣੀ ਸਾਹਿਬ ਜੀ ਦੇ ਪਾਵਨ ਬਚਨ ਅਸੀਂ ਪੜ੍ਹਦੇ ਹਾਂ,
सतगुरु गुरु अर्जन देव पातशाह जी ने सुखमणी साहिब के अंदर परमात्मा के सानू बड़े प्यारे दर्शन करवाए ने, परमात्मा के गुण बयान किए ने, तो उत्थे ये दसिया है कि अकाल पुरख वाहिगुरु परमात्मा पूरा है, उसके अंदर कोई भी वाद घाट नहीं है। पर जेड़ा अकाल पुरख वाहिगुरु परमात्मा खुद पूरा है, पूरा प्रभ आराध्या, पूरा जाका नाऊ, नानक पूरा पाया पूरे के गुण गाओ। जे परमात्मा आप पूरा है तो उस परमात्मा ताई मनुख नूं भी पूरा गुरु ही पहुँचा सकता है, अधूरा नहीं पहुँचा सकता, कच्चा नहीं पहुँचा सकता। साध संगत पूरे गुरु की ही बख्शिश होवेगी तो मनुख परमात्मा के नाल जुड़ सकता है। सतगुरु गुरु नानक साहब पातशाह जी बाणी दे अंदर बड़े प्यारे वचन करते हैं, कहते केते गुर चेले फुन हुआ। इस संसार के अंदर कई गुरु बन के बैठे हैं, कई उन्होंने गुरुआं के चेले बन के बैठे हैं, पर गुरु नानक साहब कहते कि सच तो यह काचे गुर ते मुक्त ना हुआ, कच्चे गुरु तो मुक्ति नहीं मिलती। साध संगत जेड़ा आप विषयां विकारां दे विच खचत होवे, जेड़ा आप काम क्रोध लोभ मोह हंकार की फाही दे विच फसिया होवे, वो फिर दूसरे का पार उतारा किवें करवा सकता है। अज असीं देखते हैं अज दे समाज दे अंदर भी, जे अज दे समय की भी गल करिए, कई ऐसे हैं जिन्हां ने अपने आप नूं गुरु अखवाया, उन्हां नूं गुरु कहण वाली लखां की भीड़ है साध संगत। पर अज देखिए अदालतां वल्लों उन्हां दे उपर बलात्कार वर्गे घिनौने दोष जिहड़े लाए गए, जेलों दे विच बैठे हुए ने अपने आप नूं गुरु कहण वाले, क्योंकि वो कच्चे जिहदा अपना जीवन सच्चा नहीं, अपना जीवन पूरा नहीं हो सकिया, वो किसी दूसरे नूं भी उस पूरे दे नाल अकाल पुरख दे नाल नहीं जोड़ सकता। साध संगत गुरबाणी दे अंदर जदों गुरु की व्याख्या की है तो उत्थे बड़ा ही प्यारा दसिया है कि ऐसे गुर को बल बल जाइए आप मुक्त मोह तारै। ऐसे गुरु तो बलहार जाइए जिहड़ा आप भी मुक्त है तो दूसरों का भी पार उतारा कर लैंदा, जिहड़ा आप ही डुब्बिया होवे उन्हें दूजे नूं कित्थों पार उतार लेना। ख्याल करो एक मनुख जिन्हें दरिया पार करना होवे, नदी पार करनी होवे, वो बेड़ी का आसरा लैंदा है, पर जे बेड़ी ही पानी दे विच डुब्बी होवे तो उस बेड़ी के आसरे मनुख भी कदे पार नहीं लग सकता। इस वास्ते जिथे गुरु दे नाल जुड़ना उत्थे ये भी बड़ा जरूरी है कि वो गुरु भी पूरा होवे, अधूरे दे नाल कदे भी ना जुड़िया जावे। अधूरियां दे संग दे नाल, कच्चियां दे संग दे नाल कदे भी पार उतारा नहीं हुंदा। सो साध संगत पहलां ते उपदेश सतगुरु ने ये दिता, पहला नुकता कि गुरु पूरा होवे। हुण पूरे गुरु दे नाल जदों जीव जुड़दा है तो उहदे ते फिर किहड़ी बख्शिश हुंदी है। साध संगत गुरु पातशाह जी समझा रहे ने, अनंद भया सब मिटे वसूरे। उसके जीवन के विच आनंद बन जाता, सारे वसूरे, वसूरे का भाव है चिंतावां झोरे, सारियां चिंतावां सारे वसूरे जिंदगी दे खत्म हो जाते हैं। साध संगत जी जदों जीव गुरु दे नाल जुड़दा है, गुरु की बाणी पढ़दा, गुरु की संगत करता है तो गुरु मनुख ते एक बड़ी प्यारी बख्शिश करते हैं। वो बख्शिश की है, हुणे ही सत्कारयोग भाई निर्मल सिंह जी गुरु घर के कीर्तनीए वो आप जी नूं गुरबाणी का शब्द श्रवण करवा रहे सन। सतगुरु जीव के उपर किहड़ियां बख्शिशां करते हैं। सतगुर सिख की करै प्रतिपाल, सेवक कौ गुर सदा दयाल। सिख की गुर दुरमत मल हिरै, गुर बचनी हर नाम उचरै। सतगुर सिख के बंधन काटे, गुर का सिख बेकार ते हटै। सतगुर सिख को नाम धन दे, गुर का सिख वडभागी है। सतगुरु दे कोलों आ दातां मिलदियां हन सिख नूं जदों सिख सतगुरु दे नाल भाव के सच्चे गुरु दे नाल जुड़ जावे, जदों सच्चे गुरु दा पल्ला फड़ लावे। बड़ी प्यारी बख्शिश हुंदी है। इलाही बाणी दे बड़े प्यारे बचन हन, फूटो आंडा भरम का मनै भयो प्रगास। जदों जीव सतगुरु की संगत करदा ते जीव दे मन दे अंदर प्रगास हुंदा, अंदर चानन हो जाता। बाहर ते साध संगत जी चानन बड़ा फैलिया होया। बाणी दे बचन आसा की वार दी असीं पढ़दे हां, जे 100 चंदा उगवैं सूरज चढ़ै हज़ार। आ देखो एक सूरज अज चढ़िया ना, दिन चढ़िया, सूरज चढ़िया ते 4 चफेरे किन्ना चानन फैल गया। हुण ऐसे चानन दे अंदर
ਕਿਸੇ ਵੀ ਹੋਰ ਆਰਟੀਫਿਸ਼ਲ ਲਾਈਟਿੰਗ ਦੀ ਸਾਨੂੰ ਬਿਲਕੁਲ ਵੀ ਲੋੜ ਨਹੀਂ ਪੈਂਦੀ। ਸਤਿਗੁਰੂ ਪਾਤਸ਼ਾਹ ਜੀ ਨੇ ਪਰ ਬਾਣੀ ਦੇ ਅੰਦਰ ਸਮਝਾਇਆ, ਜੇ 100 ਚੰਦਾ ਉਗਵੈ 100 ਚੰਦਰਮਾ ਵੀ ਚੜ ਜਾਣ, ਸੂਰਜ ਚੜੇ ਹਜ਼ਾਰਾਂ ਸੂਰਜ ਚੜ ਜਾਣ, ਪਰ ਇੱਕ ਗੱਲ ਪੱਕੀ ਹੈ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਬਾਹਰੀ ਤੌਰ ਤੇ ਇੰਨਾ ਚਾਨਣ ਹੋਣ ਦੇ ਬਾਵਜੂਦ ਜੇ ਮਨੁੱਖ ਦੇ ਜੀਵਨ ਦੇ ਅੰਦਰ ਸਤਿਗੁਰੂ ਦੀ ਸੰਗਤ ਨਹੀਂ, ਗੁਰੂ ਦਾ ਉਪਦੇਸ਼ ਜੀਵਨ ਦੇ ਅੰਦਰ ਨਹੀਂ, ਤੇ ਮਨ ਜਿਹੜਾ ਫਿਰ ਉਹ ਅੰਧਾਰ ਦੇ ਵਿੱਚ ਹੀ ਹੁੰਦਾ, ਮਨ ਹਨੇਰੇ ਦੇ ਵਿੱਚ ਹੀ ਹੁੰਦਾ, ਤੇ ਹਨੇਰੇ ਦੇ ਵਿੱਚ ਚੱਲਦਾ ਹੋਇਆ ਕੋਈ ਵੀ ਉਹ ਹਮੇਸ਼ਾ ਠੋਕਰਾਂ ਹੀ ਖਾਂਦਾ, ਮੰਜ਼ਲਾਂ ਦੇ ਉੱਪਰ ਨਹੀਂ ਪਹੁੰਚਦਾ। ਇਸ ਵਾਸਤੇ ਪਾਤਸ਼ਾਹ ਨੇ ਬੜਾ ਪਿਆਰਾ ਸਮਝਾਇਆ, ਫੂਟੋ ਆਂਡਾ ਭਰਮ ਕਾ ਮਨੈ ਭਇਓ ਪ੍ਰਗਾਸ, ਕਾਟੀ ਬੇਰੀ ਪਗਾਂ ਤੇ ਗੁਰ ਕੀਨੀ ਬੰਦ ਖਲਾਸ। ਜਿਹੜੇ ਸਤਿਗੁਰੂ ਦੀ ਸੰਗਤ ਕਰਦੇ ਉਹਨਾਂ ਤੇ ਕੀ ਬਖਸ਼ਿਸ਼ ਹੁੰਦੀ ਹੈ, ਉਹਨਾਂ ਦੇ ਮਨ ਦੇ ਅੰਦਰੋਂ ਭਰਮ ਦਾ ਭਾਂਡਾ ਜਿਹੜਾ ਉਹ ਫੁੱਟ ਜਾਂਦਾ, ਭਰਮ ਦਾ ਆਂਡਾ ਫੁੱਟ ਜਾਂਦਾ, ਜੀਵਨ ਦੇ ਵਿੱਚੋਂ ਭਰਮ ਖਤਮ ਹੋ ਜਾਂਦਾ। ਜਦੋਂ ਅੰਦਰ ਪ੍ਰਗਾਸ ਹੋ ਜਾਵੇ, ਸੱਚ ਦਾ ਚਾਨਣ, ਸੱਚ ਦਾ ਪ੍ਰਗਾਸ, ਪਰਮਾਤਮਾ ਦੇ ਨਾਮ ਦਾ ਪ੍ਰਗਾਸ ਜਦੋਂ ਅੰਦਰ ਹੋ ਜਾਵੇ ਮਨ ਦੇ ਅੰਦਰ, ਤੇ ਜਦੋਂ ਮਨ ਦੇ ਅੰਦਰ ਪ੍ਰਗਾਸ ਹੋ ਗਿਆ ਤੇ ਕੀ ਕਿਰਪਾ ਹੋਈ, ਗੁਰੂ ਨੇ ਕੀ ਕਿਰਪਾ ਕੀਤੀ, ਕਾਟੀ ਬੇਰੀ ਪਗਾਂ ਤੇ ਗੁਰ ਕੀਨੀ ਬੰਦ ਖਲਾਸ। ਜਿਹੜੀਆਂ ਬੇੜੀਆਂ ਨੇ ਜੀਵ ਨੂੰ ਜਕੜਿਆ ਹੋਇਆ ਹੈ, ਉਹ ਬੇੜੀਆਂ ਕਿਹੜੀਆਂ ਨੇ, ਕਾਦੇ ਤੋਂ ਬੰਦ ਖਲਾਸੀ ਹੋਣੀ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਵਿਸ਼ੇ ਵਿਕਾਰਾਂ ਦੀਆਂ ਬੇੜੀਆਂ, ਵਿਸ਼ੇ ਵਿਕਾਰਾਂ ਦੇ ਜਾਲ ਦੇ ਵਿੱਚ ਮਨੁੱਖ ਫਸਿਆ ਹੋਇਆ ਹੈ। ਤੇ ਜਦੋਂ ਸਾਧ ਸੰਗਤ ਗੁਰੂ ਦੀ ਕਿਰਪਾ ਦੇ ਨਾਲ ਇਹ ਬੇੜੀਆਂ ਕੱਟੀਆਂ ਜਾਂਦੀਆਂ ਨੇ, ਤੇ ਫਿਰ ਕੀ ਬਖਸ਼ਿਸ਼ ਹੁੰਦੀ ਹੈ, ਆਵਣ ਜਾਣ ਰਹਿਓ ਤਪਤ ਕੜਾਹਾ ਬੁੱਝ ਗਿਆ, ਗੁਰ ਸੀਤਲ ਨਾਮ ਦਿਓ। ਗੁਰੂ ਨੇ ਕਿਰਪਾ ਕੀਤੀ, ਨਾਮ ਦੀ ਦਾਤ ਜੀਵ ਨੂੰ ਬਖਸ਼ਿਸ਼ ਕੀਤੀ, ਤੇ ਉਸ ਨਾਮ ਦੀ ਦਾਤ ਦੇ ਨਾਲ ਫਿਰ ਕੀ ਕਿਰਪਾ ਮਨੁੱਖ ਦੇ ਉੱਤੇ ਹੋਈ, ਜਿਨ੍ਹੇ ਆਪਣੇ ਜੀਵਨ ਦੇ ਅੰਦਰ ਨਾਮ ਦੀ ਕਮਾਈ ਕੀਤੀ, ਜਿਨ੍ਹੇ ਆਪਣੇ ਜੀਵਨ ਦੇ ਅੰਦਰ ਸਿਮਰਨ ਨੂੰ ਬੰਦਗੀ ਨੂੰ ਕਮਾਇਆ, ਉਸ ਤੇ ਫਿਰ ਕੀ ਕਿਰਪਾ ਹੁੰਦੀ ਹੈ ਸਾਧ ਸੰਗਤ, ਤਪਤ ਕੜਾਹਾ ਬੁੱਝ ਗਿਆ। ਜਿਹੜੀ ਵਿਸ਼ੇ ਵਿਕਾਰਾਂ ਦੀ ਅੱਗ ਬਲਦੀ ਪਈ ਹੈ, ਵਿਸ਼ੇ ਵਿਕਾਰਾਂ ਦੀ ਅਗਨੀ ਜਿਹੜੀ ਬਲਦੀ ਹੈ, ਜਿਸ ਅੱਗ ਦੇ ਕਰਕੇ ਮਨੁੱਖ ਦਾ ਜੀਵ, ਮਨੁੱਖ ਦਾ ਜਿਹੜਾ ਹਿਰਦਾ, ਮਨੁੱਖ ਦਾ ਸਾਰਾ ਹੀ ਜੀਵਨ ਜਿਹੜਾ ਤਪਸ਼ ਦੇ ਵਿੱਚ ਰਹਿੰਦਾ, ਉਹ ਵਿਸ਼ਿਆਂ ਵਿਕਾਰਾਂ ਦੀ ਅੱਗ ਖਤਮ ਹੋ ਜਾਂਦੀ ਹੈ, ਬੁੱਝ ਜਾਂਦੀ ਹੈ। ਗੁਰ ਸੀਤਲ ਨਾਮ ਦਿਓ। ਜਦੋਂ ਗੁਰੂ ਨੇ ਨਾਮ ਦੀ ਦਾਤ ਜੀਵ ਨੂੰ ਬਖਸ਼ਿਸ਼ ਕਰ ਦਿੱਤੀ, ਸੀਤਲ ਨਾਮ ਦੀ। ਸਾਧ ਸੰਗਤ, ਨਾਮ ਦੇ ਅੰਦਰ ਹੀ ਸੀਤਲਤਾ ਹੈ। ਬਾਹਰ ਮੁਖੀ ਮਨੁੱਖ ਜਿੰਨੇ ਮਰਜ਼ੀ ਯਤਨ ਕਰ ਲਵੇ, ਬਾਹਰ ਦੀ ਸੀਤਲਤਾ ਦੇ ਨਾਲ, ਬਾਹਰ ਦੀ ਠੰਡਕ ਦੇ ਨਾਲ ਸਰੀਰ ਨੂੰ ਤਾਂ ਠੰਡਕ ਮਹਿਸੂਸ ਹੋ ਸਕਦੀ ਹੈ, ਪਰ ਮਨ ਦੇ ਅੰਦਰ ਵਿਸ਼ਿਆਂ ਵਿਕਾਰਾਂ ਦੀ ਗਰਮੀ ਉਦੋਂ ਹੀ ਖਤਮ ਹੁੰਦੀ ਹੈ, ਵਿਸ਼ਿਆਂ ਵਿਕਾਰਾਂ ਦਾ ਤਾਪ ਉਦੋਂ ਹੀ ਖਤਮ ਹੁੰਦਾ ਜਦੋਂ ਨਾਮ ਦੀ ਦਾਤ ਮਿਲ ਜਾਵੇ। ਬਾਣੀ ਦੇ ਬੜੇ ਪਿਆਰੇ ਬਚਨ ਹਨ ਸਾਧ ਸੰਗਤ, ਚੰਦਨ ਚਾਂਦਨਾ ਸਰਦ ਰੁੱਤ, ਮੂੜ ਨਾ ਮਿਟਈ ਘਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਮਨ ਸੀਤਲਤਾ ਦੇ ਵਿੱਚ ਉਦੋਂ ਆਉਂਦਾ ਜਦੋਂ ਨਾਮ ਦੇ ਨਾਲ ਜੁੜਦਾ ਹੈ, ਤੇ ਜਿਹੜਾ ਨਾਮ ਦੇ ਨਾਲ ਜੁੜ ਗਿਆ ਫਿਰ ਉਹਦੇ ਤੇ ਕੀ ਬਖਸ਼ਿਸ਼ ਹੁੰਦੀ ਹੈ, ਆਨੰਦ ਭਇਆ ਸਭ ਮਿਟੇ ਵਸੂਰੇ। ਉਸ ਦੇ ਜੀਵਨ ਦੇ ਵਿੱਚ ਆਨੰਦ ਬਣ ਜਾਂਦਾ ਤੇ ਚਿੰਤਾਵਾਂ ਸਾਰੀਆਂ ਖਤਮ ਹੋ ਜਾਂਦੀਆਂ ਨੇ। ਸਾਧ ਸੰਗਤ, ਸਿਆਣੇ ਪੁਰਖ ਇੱਕ ਗੱਲ ਕਹਿੰਦੇ ਹੁੰਦੇ ਨੇ ਕਿ ਕੋਈ ਵੀ ਰੋਗ ਹੋਵੇ ਨਾ, ਕੋਈ ਵੀ ਬਿਮਾਰੀ ਹੋਵੇ, ਜਿੰਨਾ ਮਨੁੱਖ ਦਾ ਉਹ ਰੋਗ, ਉਹ ਬਿਮਾਰੀ ਨੁਕਸਾਨ ਕਰਦੀ ਹੈ, ਉਸ ਤੋਂ ਵੱਧ ਕਿਤੇ ਉਹ ਬਿਮਾਰੀ ਦੀ ਚਿੰਤਾ ਨੁਕਸਾਨ ਕਰ ਦਿੰਦੀ ਹੈ। ਸਿਆਣਿਆਂ ਨੇ ਕਿਹਾ ਹੈ ਕਿ ਚਿੰਤਾ ਚਿਤਾ ਦੇ ਸਮਾਨ ਹੁੰਦੀ ਹੈ। ਵਿਸ਼ਿਆਂ ਵਿਕਾਰਾਂ ਦੀ ਖੇਡ ਇਹ ਹੈ ਕਿ ਜਦੋਂ ਜੀਵ ਇਹਨਾਂ 5 ਵਿਸ਼ੇ ਵਿਕਾਰਾਂ ਦੇ ਅਧੀਨ ਕਰਮ ਕਰਦਾ ਹੈ ਸਾਧ ਸੰਗਤ, ਤਾਂ ਇਸ ਕਰਮ ਦੇ ਵਿੱਚੋਂ ਫਿਰ ਚਿੰਤਾ ਉਪਜਦੀ ਹੈ, ਚਿੰਤਾ ਪੈਦਾ ਹੁੰਦੀ ਹੈ। ਜਿਹੜੀ ਚਿੰਤਾ ਮਨੁੱਖ ਦੇ ਮਨ ਨੂੰ ਫਿਰ ਚੰਗੀ ਤਰ੍ਹਾਂ 4 ਚੁਫੇਰਿਓਂ ਸਾੜਦੀ ਹੈ, ਤਪਸ਼ ਦੇ ਵਿੱਚ ਹਮੇਸ਼ਾ ਰੱਖਦੀ ਹੈ। ਖਿਆਲ ਕਰਿਓ, ਇੱਕ ਮਨੁੱਖ ਨੇ ਕੋਈ ਪਾਪ ਕਰਮ ਕੀਤਾ, ਕਿਸੇ ਮਨੁੱਖ ਨੇ ਕੋਈ ਬੇਈਮਾਨੀ ਕੀਤੀ, ਕੋਈ ਠੱਗੀ ਕੀਤੀ, ਲੋਭ ਦੇ ਵਿੱਚ ਫਸਿਆ ਹੋਇਆ, ਲਾਲਚ ਦੇ ਵਿੱਚ ਆ ਕੇ ਕੋਈ ਮਾੜਾ ਕਰਮ ਕੀਤਾ। ਹੁਣ ਉਸ ਮਾੜੇ ਕਰਮ ਦੇ ਨਾਲ ਕੀ ਹੋਇਆ ਕਿ ਅੰਦਰ ਇੱਕ ਚਿੰਤਾ ਪੈਦਾ ਹੋ ਗਈ ਕਿ ਕਿਤੇ ਇਸ ਮੇਰੇ ਮਾੜੇ ਕਰਮ ਦਾ ਦੂਜੇ ਜੀਆਂ ਨੂੰ ਪਤਾ ਨਾ ਲੱਗ ਜਾਵੇ। ਮਾੜੇ ਕਰਮ ਵੀ ਕਰ ਰਿਹਾ ਤੇ ਮਾੜੇ ਕਰਮਾਂ ਦੀ ਚਿੰਤਾ ਵੀ ਅੰਦਰ ਲੱਗੀ ਹੋਈ ਹੈ। ਇੱਕ ਤਾਂ ਮਾੜੇ ਕਰਮ ਵੱਧਦੇ ਜਾ ਰਹੇ ਨੇ, ਉਹ ਪਾਪ ਕਰਮ ਜੀਵਨ ਦੇ ਅੰਦਰ ਬਣਦੇ ਜਾ ਰਹੇ ਨੇ, ਤੇ ਦੂਜੀ ਉਹਨਾਂ ਪਾਪ ਕਰਮਾਂ ਦੀ ਚਿੰਤਾ ਜੀਵ ਨੂੰ ਖਾਈ ਜਾ ਰਹੀ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਾਣੀ ਦੇ ਅੰਦਰ ਬੜੇ ਪਿਆਰੇ ਬਚਨ ਆਉਂਦੇ ਹਨ।
सतगुरु पातशाह जी ने बड़ी प्यारी उदाहरण दी है। कहते काया आरण मन विच लोहा पंच अगन तित लाग रही। साध संगत सतगुरु पातशाह जी ने उदाहरण वरती है आरण दी। आप जी ख्याल करो कि लोहार जिहड़ा लोहे का काम करता है उस दे कोल एक भट्ठी हुंदी है। भट्ठी दे अंदर कोलियां दी अग बलदी है। उस बलदी हुई अग दे विच लोहा रख के गर्म किया जाता ते उस लोहे नूं गर्म करन तो बाद विच उहदे ते सट्टा मार के उहनूं तिखिया किया जाता जां कोई होर शेप उहनूं दित्ती जाती है। आरण दे विच आरण दा भाव है भट्ठी। सतगुरु पातशाह जी कहते जिवें भट्ठी दे विच लोहा रख के साड़िया जाता ते नाल ही एक होर औजार एक होर संद हुंदा है उस दे कोल लोहार दे कोल वो हुंदा है सन्नी। वो अगे आपां विचार करांगे। पातशाह कहते काया आरण मन विच लोहा। कहते कि जिद्दां आरण है लोहार दी भट्ठी है ये शरीर भी उदां ही एक भट्ठी दे वांग है। जिहड़ा जीव गुरु तो टुटिया होया ये उहदी अवस्था की गल हो रही है, जुड़े होए की गल नहीं हो रही। क्योंकि गुरबाणी मनुखी जीवन के वख-वख पक्षां दे बाबत सानू दसदी है ते इन्हां बचनां दे विच टुटे हुए मनुख की गल हो रही है, मनमुख के कर्मां की गल हो रही है। मनमुख का जीवन किवें है? काया आरण मन विच लोहा। जिवें भट्ठी दे विच लोहा रख के गर्म किया जाता उदां ही साध संगत ये मनमुख के शरीर के अंदर जिहड़ा मन है वो तपदा है। शरीर के अंदर अग बलदी पई है। वो किहड़ी अग है? लोहार की भट्ठी के अंदर तो अग बलदी है कोलियां की, पर इत्थे अग किहड़ी बलदी पई है? इत्थे अग बल रही है विषय विकारां दी, काम क्रोध लोभ मोह हंकार की अग। उस अग दे विच मनुख का मन सड़दा बलदा पिया। काया आरण मन विच लोहा पंच अगन चित लाग रही। पंज तरह की अग जीव के अंदर बलदी पई है। तो हुंदा की है? कोयले पाप पड़े तिस ऊपर मन जलिया सन्नी चिंत पई। पंज विकारां की अग अंदर बलदी पई है तो उहदे तो की हुंदा? विकारां दी विचों साध संगत जी पाप कर्म पैदा हुंदे ने। जदों कोई जीव असीं अक्सर ही एक गल करते हैं ना कि कोई भी कर्म है जिहड़ा वो पहला विचार के रूप दे विच मन विच पैदा हुंदा। पहला मन दे विच विचार आउंदा ते विचार तो बाद विच शरीर उस कर्म नूं करदा है। जिवें किसी दे अंदर कोई चंगा विचार होवे वो चंगे कर्म करदा। चोर दे मन दे विच विचार पैदा होया कि चोरी कीती जावे, उन्हें चोरी कर लई। तुहाडे मन दे विच विचार पैदा होया कि आपां गुरु घर जाके बैठीए सेवा करिए, तुसीं गुरु घर पहुँच गए। जिद्दां दा विचार मन दे विच हुंदा वो विचार ही कर्म का रूप अगे लैंदा है। साध संगत हुण जदों अंदर होण ही विकार काम क्रोध लोभ मोह हंकार दी जदों अंदर अग बलदी होवे, जदों विषयां विकारां दे विच साडे विचार रहिंदे होण ते फिर की हुंदा? इन्हां विचारां दे विचों जिहड़े कर्म निकलदे हन वो कोई चंगे नहीं, वो किहड़े हुंदे ने? पाप कर्म हुंदे ने। वो पाप कर्म हुंदे ने। अंदर विकार है साध संगत जी लालच दा। हुण मनुख कोई सरकारी मुलाजम है, मनुख कोई दुकानदार है, कोई व्यापारी है, अंदर हुण विकार आ गया लालच दा, लोभ दा। ते हुण होया कि लोभ ने अंदरों आवाज़ां दित्तियां कि इस काम नूं करन दे बदले तू दूजे दे कोलों रिश्वत लै ला, तैनूं 4 पैसे वध मिल जाणगे। लोभ ने अंदरों आवाज़ां दित्तियां कि जिहड़ा तू समान वेच रिहा इहदे विच मिलावट कर ला, सस्ता समान वेच ला, तैनूं वध मुनाफा होवेगा। मनुख ने उस लोभ दी सुन लई, उस लोभ दे प्रभाव दे अधीन वो काम कर लिया ते वो काम कोई नेक काम नहीं। वो किहड़ा काम है? वो है पाप कर्म। ते हुंदा की है साध संगत? अज पाप कर्म कीता, अज मनुख ने जदों रिश्वत लई, थोड़े जे पैसे जदों वध जेब दे विच पै गए तो ये नहीं होवेगा कि अज रज जाएगा कि ठीक है मैं एक बार रिश्वत ले ली है तो हुण काम खत्म है, मैं एक बार मिलावट करके मैं वध मुनाफा कमा लिया तो होर काम खत्म है। नहीं, की होवेगा? अज जे पाप कीता, अज रिश्वत लैके अपनी जेब नूं भरिया ते कल नूं मन होर आवाज़ां देगा कि भलिया हुण होर इदां कर, होर रिश्वत लैके अपनियां तिजोरियां नूं अपने खजानियां नूं भर ला। पाप कर्म जिहड़े ने साध संगत तो कोलियां दा काम करदे ने। अग बलदी होवे, बलदी हुई अग दे विच कोले सुट्टी जाइए, वो अग कदे खत्म नहीं होवेगी, सगों होर वध बलदी है। साध संगत
इदां ही हुंदा विषयां विकारां दे विचों साध संगत जी जिहड़े पाप कर्म निकलदे वो कोलियां दा काम करदे ने। कोयले पाप पड़े तिस ऊपर, पापां दे कोले उस विषयां विकारां दी अग दे विच पैंदे ने, वो बुझण नहीं देंदे, वो होर अग होर मचदी है, होर बलदी है। ते फिर इत्थे ही बस नहीं, ਜਿਹੜੇ ਮਨੁੱਖ ਨੇ ਪਾਪ ਕਰਮ ਕੀਤੇ ਵਿਸ਼ਿਆਂ ਵਿਕਾਰਾਂ ਦੇ ਪ੍ਰਭਾਵ ਵਿੱਚ ਆ ਕੇ ਫਿਰ ਉਹਦੇ ਅੰਦਰ ਚਿੰਤਾ ਪੈਦਾ ਹੁੰਦੀ ਹੈ। ਚਿੰਤਾ ਪੈਦਾ ਹੁੰਦੀ ਹੈ ਕਿ ਮੈਂ ਕਿਤੇ ਫੜਿਆ ਨਾ ਜਾਵਾਂ, ਮੇਰੀ ਕਿਤੇ ਤਫਤੀਸ਼ ਨਾ ਹੋ ਜਾਵੇ, ਕਿਤੇ ਪੜਤਾਲ ਨਾ ਹੋ ਜਾਵੇ, ਕਿਤੇ ਮੇਰੇ ਜੀਵਨ ਦੇ ਵਿੱਚ ਜਿਹੜੇ ਕਰਮ ਮੈਂ ਕਰ ਰਿਹਾ ਇਹਨਾਂ ਬਾਬਤ ਦੂਸਰਿਆਂ ਨੂੰ ਪਤਾ ਨਾ ਲੱਗ ਜਾਵੇ। ਇਹ ਚਿੰਤਾ ਵੀ ਮਨੁੱਖ ਨੂੰ ਅੰਦਰੋਂ ਅੰਦਰੀ ਖਾਈ ਜਾਂਦੀ ਹੈ। ਜਦੋਂ ਇਹ ਚਿੰਤਾ ਅੰਦਰ ਲੱਗ ਜਾਂਦੀ ਹੈ ਸਾਧ ਸੰਗਤ, ਇਹ ਚਿੰਤਾ ਫਿਰ ਮਨ ਨੂੰ ਚੰਗੀ ਤਰ੍ਹਾਂ ਸਾੜਦੀ ਹੈ ਸੰਨੀ ਦੇ ਵਾਂਗ। ਸੰਨੀ ਕੀ ਹੁੰਦੀ ਹੈ? ਇੱਕ ਔਜ਼ਾਰ ਹੈ ਪਲਾਸ ਵਾਂਗ, ਜਿਹਦੇ ਨਾਲ ਲੋਹਾਰ ਜਿਹੜਾ ਅੱਗ ਦੇ ਵਿੱਚ ਲੋਹਾ ਰੱਖਿਆ ਹੋਇਆ ਉਹ ਸੰਨੀ ਦੇ ਨਾਲ ਫੜ ਕੇ ਉਹਨੂੰ ਚਾਰੇ ਪਾਸਿਆਂ ਤੋਂ ਘੁਮਾ ਕੇ ਚੰਗੀ ਤਰ੍ਹਾਂ ਸਾੜਦਾ ਆ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਇਦਾਂ ਹੀ ਚਿੰਤਾ ਦੀ ਸੰਨੀ ਹੈ ਕਿ ਜੇ ਪਾਪਾਂ ਦੇ ਵਿੱਚੋਂ ਮਨ ਥੋੜ੍ਹਾ ਬਹੁਤਾ ਬਚ ਵੀ ਜਾਵੇ ਤੇ ਚਿੰਤਾ ਚੰਗੀ ਤਰ੍ਹਾਂ ਮਨ ਨੂੰ ਸਾੜ ਦਿੰਦੀ ਹੈ। ਪਹਿਲਾਂ ਤੇ ਮਨ ਵਿਸ਼ਿਆਂ ਵਿਕਾਰਾਂ ਦੀ ਅੱਗ ਦੇ ਨਾਲ ਸੜਿਆ, ਫਿਰ ਪਾਪਾਂ ਦੇ ਕੋਲਿਆਂ ਦੇ ਨਾਲ ਸੜਿਆ, ਤੇ ਜੇ ਇਹਦੇ ਤੋਂ ਥੋੜ੍ਹਾ ਬਹੁਤਾ ਬਚ ਗਿਆ ਤੇ ਪਾਪਾਂ ਤੋਂ ਪੈਦਾ ਹੋਈ ਚਿੰਤਾ ਫਿਰ ਉਹਨੂੰ ਚੰਗੀ ਤਰ੍ਹਾਂ ਸਾੜ ਦਿੰਦੀ ਹੈ। ਹੁਣ ਇਹਦੇ ਤੋਂ ਬਚਾ ਕਿਵੇਂ ਹੈ ਸਾਧ ਸੰਗਤ? ਇਸ ਅੱਗ ਤੋਂ ਬਚਿਆ ਕਿਵੇਂ ਜਾ ਸਕਦਾ? ਇਹਦੇ ਤੋਂ ਬਚਿਆ ਤਾਂ ਹੀ ਜਾ ਸਕਦਾ, ਇਹ ਚਿੰਤਾ ਤੋਂ ਬਚਿਆ ਤਾਂ ਹੀ ਜਾ ਸਕਦਾ ਜੇ ਮਨੁੱਖ ਸਤਿਗੁਰੂ ਦੀ ਸ਼ਰਨ ਪੈ ਕੇ ਸਤਿਗੁਰੂ ਦੇ ਕੋਲੋਂ ਨਾਮ ਦੀ ਦਾਤ ਲੈ ਲਵੇ। ਸਤਿਗੁਰੂ ਦੇ ਕੋਲੋਂ ਜਦੋਂ ਨਾਮ ਦੀ ਦਾਤ ਮਿਲਦੀ ਹੈ, ਕਿਉਂਕਿ ਸਤਿਗੁਰੂ ਗੁਣਾਂ ਦਾ ਸਮੁੰਦਰ ਹੈ, ਗੁਣਾਂ ਦੇ ਖਜ਼ਾਨੇ ਹਨ। ਭਾਈ ਗੁਰਦਾਸ ਜੀ ਦੇ ਬੜੇ ਪਿਆਰੇ ਬਚਨ ਨੇ, ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗਣਿਆਰੇ। ਜੇ ਸਤਿਗੁਰੂ ਦੀ ਸ਼ਰਨ ਦੇ ਅੰਦਰ ਕੋਈ ਅਵਗਣ ਵਾਰਾ ਵੀ ਆਉਂਦਾ ਹੈ ਨਾ, ਜਿਹੜੇ ਜੀਵ ਦਾ ਜੀਵਨ ਅਵਗਣਾਂ ਦੇ ਨਾਲ ਪਾਪਾਂ ਦੇ ਨਾਲ ਭਰਿਆ ਹੋਵੇ, ਐਸਾ ਜੀਵ ਵੀ ਜੇ ਸਤਿਗੁਰੂ ਦੀ ਸ਼ਰਨ ਦੇ ਵਿੱਚ ਆ ਜਾਵੇ ਤੇ ਗੁਰੂ ਕੀ ਕਰਦੇ ਹਨ? ਗੁਰੂ ਖੁਦ ਗੁਣਾਂ ਦੇ ਖਜ਼ਾਨੇ ਨੇ ਤੇ ਆਪਣੇ ਗੁਣਾਂ ਦੇ ਖਜ਼ਾਨੇ ਦੇ ਵਿੱਚੋਂ ਕੁਝ ਗੁਣ ਉਸ ਸਿੱਖ ਨੂੰ ਬਖਸ਼ਿਸ਼ ਕਰਦੇ ਤੇ ਉਸ ਸਿੱਖ ਦੇ ਜੀਵਨ ਦਾ ਪਾਰ ਉਤਾਰਾ ਕਰ ਦਿੰਦੇ ਨੇ, ਉਹਨੂੰ ਬਖਸ਼ ਦਿੰਦੇ ਨੇ। ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗਣਿਆਰੇ। ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਸਤਿਗੁਰੂ ਐਸਾ ਪੂਰਾ ਵੈਦ ਹੈ ਜਿਨੇ ਪੰਜੇ ਹੀ ਰੋਗ ਆਪਣੇ ਵੱਸ ਦੇ ਵਿੱਚ ਕੀਤੇ ਹੋਏ ਨੇ। ਤੇ ਜਿਹੜੇ ਸਤਿਗੁਰੂ ਦੀ ਸੰਗਤ ਕਰਕੇ ਸਤਿਗੁਰੂ ਦੇ ਕੋਲੋਂ ਨਾਮ ਦੀ ਦਾਤ ਲੈ ਲੈਂਦੇ ਨੇ, ਉਹ ਵੀ ਇਹਨਾਂ ਪੰਜ ਵਿਸ਼ਿਆਂ ਵਿਕਾਰਾਂ ਨੂੰ ਆਪਣੇ ਕਾਬੂ ਵਿੱਚ ਕਰ ਲੈਂਦੇ ਨੇ ਤੇ ਉਹਨਾਂ ਦੇ ਜੀਵਨ ਦੇ ਅੰਦਰ ਇਹ ਬਲਦੀ ਹੋਈ ਵਿਸ਼ਿਆਂ ਵਿਕਾਰਾਂ ਦੀ ਅੱਗ ਬੁਝ ਜਾਂਦੀ ਹੈ। ਤਪਤ ਕੜਾਹਾ ਬੁਝ ਗਿਆ, ਗੁਰ ਸੀਤਲ ਨਾਮ ਦਿਓ। ਜਦੋਂ ਗੁਰੂ ਨੇ ਕਿਰਪਾ ਕੀਤੀ, ਨਾਮ ਦੀ ਦਾਤ ਬਖਸ਼ਿਸ਼ ਕੀਤੀ ਤੇ ਉਹ ਤਪਤ ਕੜਾਹਾ ਬੁਝ ਗਿਆ। ਜਦੋਂ ਤਾਪ ਜੀਵਨ ਦੇ ਵਿੱਚੋਂ ਖਤਮ ਹੋ ਗਿਆ ਤਾਂ ਕੀ ਹੋਇਆ? ਆਨੰਦ ਭਇਆ ਸਭ ਮਿਟੇ ਵਿਸੂਰੇ। ਜੀਵਨ ਦੇ ਅੰਦਰ ਆਨੰਦ ਬਣ ਗਿਆ, ਸਾਰੇ ਵਿਸੂਰੇ, ਸਾਰੀਆਂ ਚਿੰਤਾਵਾਂ ਖਤਮ ਹੋ ਗਈਆਂ। ਆਨੰਦ ਦੀ ਡੈਫੀਨੇਸ਼ਨ ਹੀ ਇਹੋ ਹੈ ਸਾਧ ਸੰਗਤ, ਆਨੰਦ ਦੀ ਪਰਿਭਾਸ਼ਾ ਹੀ ਗੁਰਬਾਣੀ ਦੇ ਵਿੱਚ ਇਹੋ ਹੈ। ਅਸੀਂ ਰੋਜ਼ਾਨਾ ਬਚਨ ਪੜ੍ਹਦੇ ਹਾਂ, ਸਾਨੂੰ ਸਾਰਿਆਂ ਨੂੰ ਚੇਤੇ ਹੋਣਗੇ ਇਹ ਬਚਨ। ਆਨੰਦ ਕੀ ਹੈ? ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ, ਆਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਜਿਸ ਅਵਸਥਾ ਦੇ ਵਿੱਚ ਸਾਰੇ ਵਿਸੂਰੇ, ਸਾਰੀਆਂ ਚਿੰਤਾਵਾਂ ਖਤਮ ਹੋ ਜਾਂਦੀਆਂ, ਪਰਮਾਤਮਾ ਦੇ ਨਾਲ ਜਦੋਂ ਜੀਵ ਦੀ ਸਾਂਝ ਬਣ ਆਉਂਦੀ ਹੈ, ਉਹ ਅਵਸਥਾ ਹੈ ਆਨੰਦ ਦੀ ਅਵਸਥਾ। ਉੱਥੇ ਫਿਰ ਕੋਈ ਵੀ ਦੁੱਖ, ਸੰਤਾਪ, ਕਲੇਸ਼ ਪਿੱਛੇ ਨਹੀਂ ਰਹਿ ਜਾਂਦਾ, ਕਿਉਂਕਿ ਜੀਵ ਦੇ ਜੀਵਨ ਦੇ ਵਿੱਚ ਗੁਰੂ ਦੀ ਬਾਣੀ ਹੈ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਪਾਤਸ਼ਾਹ ਇਹੋ ਹੀ ਇਹਨਾਂ ਪਾਵਨ ਬਚਨਾਂ ਦੇ ਅੰਦਰ ਸਮਝਾ ਰਹੇ ਨੇ। ਜਿਵੇਂ ਗੁਰਬਾਣੀ ਦੇ ਬੜੇ ਪਿਆਰੇ ਬਚਨ ਹਨ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਮੇਰਾ ਪੂਰਾ ਵੈਦ ਗੁਰੂ ਗੋਬਿੰਦਾ। ਗੁਰੂ ਐਸਾ ਪੂਰਾ ਵੈਦ ਹੈ ਜਿਹੜਾ ਨਾਮ ਦੀ ਦਵਾਈ ਦਿੰਦਾ ਤੇ ਨਾਮ ਦੀ ਦਵਾਈ ਦੇ ਕੇ ਜਮਾਂ ਦੀ ਫਾਹੀ ਨੂੰ ਕੱਟ ਦਿੰਦਾ, ਰੋਗ ਖਤਮ ਕਰ ਦਿੰਦਾ, ਤਾਪ ਨੂੰ ਖਤਮ ਕਰ ਦਿੰਦਾ। ਉਹ ਦਵਾਈ ਕਿਹੜੀ ਹੈ? ਜਿਹੜੀ ਗੁਰੂ ਦੇ ਕੋਲੋਂ ਮਿਲਦੀ ਹੈ। ਉਹ ਦਵਾਈ ਹੈ ਸਾਧ ਸੰਗਤ ਜੀ, ਨਾਮ ਦੀ ਦਾਤ, ਬੰਦਗੀ ਦੀ ਦਾਤ, ਸਿਮਰਨ ਦੀ ਦਾਤ। ਆਰੰਭਤਾ ਦੇ ਅੰਦਰ ਸ਼ਬਦ ਦੀਆਂ ਆਰੰਭਕ ਪੰਕਤੀਆਂ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਉਸ ਦਵਾਈ, ਉਸ ਨਾਮ ਦੀ ਦਾਤ ਦੇ ਬਾਬਤ ਬੜੇ ਪਿਆਰੇ ਬਚਨ ਕੀਤੇ ਨੇ। ਪਾਤਸ਼ਾਹ ਕਹਿੰਦੇ, ਔਖਦ ਖਾਇਓ ਹਰ ਕੋ ਨਾਉ, ਸੁਖ ਪਾਏ ਦੁੱਖ ਬਿਨਸਿਆ ਥਾਉ।
ਜਿਹੜੇ ਜੀਵ ਨੇ ਸਤਿਗੁਰੂ ਦੀ ਸੰਗਤ ਦੇ ਵਿੱਚੋਂ ਨਾਮ ਦੀ ਦਾਤ ਪ੍ਰਾਪਤ ਕਰ ਲਈ। ਇੱਥੇ ਇੱਕ ਬੇਨਤੀ ਕਰਾਂ ਸਾਧ ਸੰਗਤ, ਗੁਰੂ ਦੀ ਸੰਗਤ ਤਾਂ ਅਸੀਂ ਸਾਰੇ ਕਰਦੇ ਹਾਂ, ਅਸੀਂ ਗੁਰੂ ਦੇ ਕੋਲ ਆਉਂਦੇ ਹਾਂ, ਗੁਰੂ ਦੇ ਕੋਲ ਦੂਰੋਂ ਚੱਲ ਕੇ ਆਉਂਦੇ ਹਾਂ, ਪਰ ਸਤਿਗੁਰੂ ਦੇ ਕੋਲ ਜਿੱਥੇ ਆਉਣਾ ਜ਼ਰੂਰੀ ਹੈ ਨਾ, ਜਿੱਥੇ ਸਤਿਗੁਰੂ ਦੀ ਸੰਗਤ ਕਰਨੀ ਬੜੀ ਜ਼ਰੂਰੀ ਹੈ, ਉੱਥੇ ਸਾਧ ਸੰਗਤ ਜੀ ਸਤਿਗੁਰੂ ਦੇ ਕੋਲ ਆਉਣਾ ਕਿਵੇਂ ਹੈ, ਇਹ ਜੁਗਤੀ ਵੀ ਬੜੀ ਜ਼ਰੂਰੀ ਹੈ। ਜਿਨ੍ਹਾਂ ਦੇ ਪਾਵਨ ਅਸਥਾਨ ਤੇ ਜੁੜ ਬੈਠੇ ਆ ਨਾ, ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ। ਸਤਿਗੁਰੂ ਪਾਤਸ਼ਾਹ ਜੀ ਦੇ ਇਤਿਹਾਸ ਦੇ ਅੰਦਰ ਬੜੇ ਪਿਆਰੇ ਬਚਨ ਆਉਂਦੇ ਨੇ, ਬੜੀ ਪਿਆਰੀ ਸਿੱਖਿਆ ਕਿ ਗੁਰੂ ਦੇ ਕੋਲ ਮਨੁੱਖ ਨੂੰ ਕਿਵੇਂ ਜਾਣਾ ਚਾਹੀਦਾ। ਸਤਿਗੁਰਾਂ ਨੇ ਬੜੀ ਪਿਆਰੀ ਸਿੱਖਿਆ ਦਿੱਤੀ ਹੈ ਬਾਬੇ ਬਕਾਲੇ ਦੀ ਧਰਤੀ ਤੇ। ਸਾਧ ਸੰਗਤ, ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਜਦੋਂ ਜੋਤੀ ਜੋਤ ਸਮਾਏ ਤੇ ਸਤਿਗੁਰਾਂ ਨੇ ਬਚਨ ਕੀਤੇ, ਬਾਬਾ ਬਸੈ ਗ੍ਰਾਮ ਬਕਾਲੇ, ਬਣ ਗੁਰ ਸੰਗਤ ਸਗਲ ਸੰਭਾਲੇ, ਕਿ ਅਗਲੇ ਗੁਰੂ ਜਿਹੜੇ ਨੇ ਬਕਾਲੇ ਦੀ ਧਰਤੀ ਤੇ ਨੇ ਪੰਜਾਬ ਦੇ ਵਿੱਚ, ਤੇ ਉਹ ਸਾਡੇ ਬਾਬਾ ਲੱਗਦੇ ਨੇ। ਆਪ ਜੀ ਜਾਣਦੇ ਹੋ, ਇਤਿਹਾਸ ਤੋਂ ਵਾਕਫ ਹੋ, ਮੈਂ ਬਹੁਤੀ ਵਿਸਥਾਰ ਦੇ ਵਿੱਚ ਨਹੀਂ ਜਾਣਾ, ਸਿਰਫ ਟੂਕ ਮਾਤਰ। ਸਾਧ ਸੰਗਤ, ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਜੋਤੀਓ ਸਮਾ ਗਏ, ਬਕਾਲੇ ਦੇ ਵਿੱਚ ਕਈ ਮੰਜੀਆਂ ਲੱਗ ਗਈਆਂ, ਕਈ ਆਪਣੇ ਆਪ ਨੂੰ ਗੁਰੂ ਕਹਿਣ ਲੱਗ ਪਏ, ਅੱਗੇ ਉਹਨਾਂ ਨੇ ਆਪਣੇ ਚੇਲੇ ਆਪਣੇ ਮਸੰਦ ਰੱਖ ਲਏ। ਤੇ ਇਸੇ ਹੀ ਬਕਾਲੇ ਦੀ ਧਰਤੀ ਤੇ, ਕਿਉਂਕਿ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦੇ ਰਿਸ਼ਤੇ ਵਿੱਚ ਬਾਬਾ ਲੱਗਦੇ ਹਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ। ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦੇ ਰਿਸ਼ਤੇ ਵਿੱਚ ਬਾਬਾ ਲੱਗਦੇ ਨੇ, ਬਾਬਾ ਦਾ ਭਾਵ ਹੈ ਦਾਦਾ। ਸੋ ਸਾਧ ਸੰਗਤ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉਹ ਵੀ ਇਸੇ ਬਾਬੇ ਬਕਾਲੇ ਦੀ ਧਰਤੀ ਤੇ ਹਨ। ਹੁਣ ਸਾਧ ਸੰਗਤ ਜੀ, ਕੀ ਵਾਪਰਦਾ ਹੈ ਇਤਿਹਾਸ ਦੇ ਅੰਦਰ, ਬੜੀ ਪਿਆਰੀ ਘਟਨਾ ਆਉਂਦੀ ਹੈ ਕਿ ਭਾਈ ਮੱਖਣ ਸ਼ਾਹ ਲੁਬਾਣਾ ਜੀ ਜਦੋਂ ਪਹਿਲਾਂ ਦਿੱਲੀ ਆਉਂਦੇ ਨੇ ਬੰਗਲਾ ਸਾਹਿਬ, ਇੱਥੋਂ ਪਤਾ ਲੱਗਦਾ ਕਿ 8ਵੇਂ ਪਾਤਸ਼ਾਹ ਤੇ ਜੋਤੀ ਜੋਤ ਸਮਾ ਗਏ ਤੇ ਅਗਲੇ ਗੁਰੂ ਹੁਣ ਬਾਬੇ ਬਕਾਲੇ ਦੀ ਧਰਤੀ ਤੇ ਨੇ। ਭਾਈ ਮੱਖਣ ਸ਼ਾਹ ਜੀ ਉਹ ਬਾਬੇ ਬਕਾਲੇ ਦੀ ਧਰਤੀ ਤੇ ਪਹੁੰਚਦੇ ਨੇ। ਇਤਿਹਾਸਕਾਰ ਲਿਖਦੇ ਨੇ ਕਿ ਭਾਈ ਮੱਖਣ ਸ਼ਾਹ ਜੀ ਦੇ ਨਾਲ ਉਹਨਾਂ ਦੇ ਪੁੱਤਰ, ਉਹਨਾਂ ਦੀ ਪਤਨੀ, ਸਾਰਾ ਪਰਿਵਾਰ ਤੇ ਲਗਭਗ 500 ਘੋੜ ਸਵਾਰ ਸਿਪਾਹੀ ਉਹਨਾਂ ਦੇ ਨਾਲ ਹਨ, ਉਹਨਾਂ ਦੇ ਅੰਗ ਰੱਖਿਅਕ, ਤੇ ਬੜਾ ਵੱਡਾ ਇਹ ਕਾਫਲਾ ਹੈ ਭਾਈ ਮੱਖਣ ਸ਼ਾਹ ਜੀ ਦਾ। ਤੇ ਦੂਰੋਂ ਹੀ ਵੇਖਦਿਆਂ ਪਤਾ ਲੱਗਦਾ ਕਿ ਕੋਈ ਬੜਾ ਹੀ ਅਮੀਰ, ਕੋਈ ਬੜਾ ਹੀ ਧਨਾੜ ਜਿਹੜਾ ਉਹ ਆ ਰਿਹਾ, ਉਹਦਾ ਕਾਫਲਾ ਆ ਰਿਹਾ। ਹੁਣ ਜਦੋਂ ਬਾਬਾ ਮੱਖਣ ਸ਼ਾਹ ਜੀ ਬਾਬੇ ਬਕਾਲੇ ਦੀ ਧਰਤੀ ਤੇ ਪਹੁੰਚੇ ਤੇ ਅੱਗੇ ਵੇਖਿਆ ਵੀ ਕਈ ਮੰਜੀਆਂ ਲੱਗੀਆਂ ਨੇ, ਹਰ ਇੱਕ ਨੇ ਸਾਧ ਸੰਗਤ ਜੀ ਬਾਬੇ ਮੱਖਣ ਸ਼ਾਹ ਦੇ ਕੋਲ ਆਪਣੇ ਮਸੰਦਾਂ ਨੂੰ, ਚੇਲਿਆਂ ਨੂੰ ਘੱਲਿਆ ਵੀ ਸੱਚਾ ਗੁਰੂ ਇੱਧਰ ਹੈ, ਸੱਚਾ ਗੁਰੂ ਇੱਧਰ ਹੈ। ਬਾਬੇ ਮੱਖਣ ਸ਼ਾਹ ਜੀ ਨੇ, ਜਿਵੇਂ ਤੁਸੀਂ ਜਾਣਦੇ ਹੋ, ਮੱਥਾ ਟੇਕਿਆ, ਸਾਰਿਆਂ ਨੂੰ ਥੋੜ੍ਹੀ ਥੋੜ੍ਹੀ ਭੇਟਾ ਦਿੱਤੀ, ਸਾਰੇ ਬੜੇ ਖੁਸ਼ ਹੋਏ, ਅਸੀਸਾਂ ਦਿੱਤੀਆਂ, ਪਰ ਬਾਬੇ ਮੱਖਣ ਸ਼ਾਹ ਜੀ ਦੇ ਮਨ ਦੇ ਅੰਦਰ ਤ੍ਰਿਪਤੀ ਨਹੀਂ ਹੋਈ। ਮਨ ਦੇ ਅੰਦਰ ਸਾਧ ਸੰਗਤ ਜੀ ਉਹ ਰਸ, ਉਹ ਆਨੰਦ ਨਾ ਬਣਿਆ ਜਿਸ ਦੀ ਖਿੱਚ ਬਾਬਾ ਮੱਖਣ ਸ਼ਾਹ ਜੀ ਨੂੰ ਗੁਰੂ ਦੇ ਦਰ ਤੇ ਲੈ ਕੇ ਆਈ ਹੈ। ਉਹ ਆਨੰਦ ਬਣਦਾ ਵੀ ਕਿਵੇਂ? ਅਜੇ ਤੇ ਮੇਲ ਹੀ ਕੱਚਿਆਂ ਦੇ ਨਾਲ ਹੋਇਆ ਸੀ, ਸੱਚੇ ਦੇ ਨਾਲ ਤੇ ਅਜੇ ਮੇਲ ਹੋਇਆ ਹੀ ਨਹੀਂ ਸੀ। ਜਦੋਂ ਬਾਬਾ ਮੱਖਣ ਸ਼ਾਹ ਜੀ ਨੂੰ ਪਤਾ ਲੱਗਦਾ ਵੀ ਇੱਥੇ ਇੱਕ ਹੋਰ ਵੀ ਗੁਰੂ ਹਨ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਬਾਬਤ ਪਤਾ ਲੱਗਦਾ, ਤੇ ਬਾਬਾ ਮੱਖਣ ਸ਼ਾਹ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਆਸਣ ਜਿੱਧਰ ਹੈ ਉਧਰ ਨੂੰ ਜਾਂਦੇ ਹਨ। ਹੁਣ ਸਾਧ ਸੰਗਤ ਆਪ ਖਿਆਲ ਕਰਿਓ, ਬਾਬਾ ਮੱਖਣ ਸ਼ਾਹ ਜੀ ਦੇ ਨਾਲ 500 ਦੇ ਕਰੀਬ ਘੋੜ ਸਵਾਰ ਨੇ, ਤੇ ਇਹ ਕਾਫਲਾ ਜਿੱਧਰ ਵੀ ਜਾਂਦਾ, ਫਿਰ 500 ਜਾਣਾ ਇੱਕ ਪਾਸੇ ਨੂੰ ਜਾਂਦਾ ਹੋਵੇ ਸਾਧ ਸੰਗਤ, ਤੇ ਉਹਦਾ ਕੁਝ ਨਾ ਕੁਝ ਰੌਲਾ ਰੱਪਾ, ਉਹਦੀ ਆਵਾਜ਼ ਤਾਂ ਆਵੇਗੀ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸਨਮੁਖ ਜਿਹੜੇ ਸਿੱਖ ਬੈਠੇ ਨੇ, ਇਤਿਹਾਸ ਦੇ ਅੰਦਰ ਜ਼ਿਕਰ ਆਉਂਦਾ ਹੈ ਕਿ ਭਾਈ ਗੜੀਆ ਜੀ ਹੋਰ ਗੁਰਮੁਖ ਪਿਆਰੇ ਉੱਥੇ ਜੁੜ ਬੈਠੇ। ਸਤਿਗੁਰਾਂ ਨੇ ਇੱਕ ਸਿੱਖ ਨੂੰ ਬਾਹਰ ਘੱਲਿਆ ਕਿ ਭਾਈ ਦੇਖੋ ਰੌਲਾ ਰੱਪਾ ਕਾਹਦਾ ਪੈ ਰਿਹਾ। ਪ੍ਰਿੰਸੀਪਲ ਸਤਬੀਰ ਸਿੰਘ ਜੀ ਹੁਣਾਂ ਨੇ ਸਾਧ ਸੰਗਤ ਇਹ ਸਾਰਾ ਇਤਿਹਾਸ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਉਹ ਬੜਾ ਪਿਆਰਾ ਲਿਖਿਆ ਹੈ। ਉਹ ਕਹਿੰਦੇ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇੱਕ ਸਿੱਖ ਨੂੰ ਘੱਲਿਆ ਕਿ ਭਾਈ ਵੇਖੋ ਬਾਹਰ ਜਾ ਕੇ ਰੌਲਾ ਕਾਹਦਾ ਪੈ ਰਿਹਾ। ਤੇ ਸਿੱਖ ਨੇ ਆ ਕੇ ਗੁਰੂ ਪਾਤਸ਼ਾਹ ਜੀ ਨੂੰ ਦੱਸਿਆ ਕਿ ਪਾਤਸ਼ਾਹ ਕੋਈ ਅਮੀਰ ਸਿੱਖ, ਕੋਈ ਵਪਾਰੀ ਸਿੱਖ ਆਇਆ ਤੇ ਤੁਹਾਡੇ ਦਰਸ਼ਨ ਕਰਨ ਵਾਸਤੇ ਆ ਰਿਹਾ। ਜਦੋਂ ਇਹ ਬਚਨ ਸੁਣੇ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਉਸ ਸਿੱਖ ਨੂੰ ਦੁਬਾਰਾ ਘੱਲਿਆ ਕਿ ਜਿਹੜਾ ਮੇਰੇ ਦਰਸ਼ਨਾਂ ਵਾਸਤੇ ਆ ਰਿਹਾ, ਗੁਰੂ ਦੇ ਦਰਸ਼ਨ ਕਰਨ ਆ ਰਿਹਾ, ਉਹਨੂੰ ਜਾ ਕੇ ਕਹਿ ਦੇ ਕਿ ਗੁਰੂ ਦੇ ਘਰ ਦੇ ਵਿੱਚ ਇੱਦਾਂ ਵੱਡੇ ਬਣ ਕੇ ਨਹੀਂ ਆਈਦਾ, ਵਿਖਾਵਾ ਕਰਕੇ ਨਹੀਂ, ਇੱਥੇ ਨਿਮਰਤਾ ਦੇ ਨਾਲ ਆਈਦਾ ਆ, ਇੱਥੇ ਨਿਮਾਣੇ ਬਣ ਕੇ, ਇੱਥੇ ਨੀਵੇਂ ਬਣ ਕੇ ਆਈਦਾ। ਉਹ ਸਤਿਗੁਰੂ ਪਾਤਸ਼ਾਹ ਜੀ ਦਾ ਉਪਦੇਸ਼ ਜਾ ਕੇ ਸਿੱਖ ਨੇ ਭਾਈ ਮੱਖਣ ਸ਼ਾਹ ਨੂੰ ਜਦੋਂ ਦਿੱਤਾ, ਸਾਧ ਸੰਗਤ ਭਾਈ ਮੱਖਣ ਸ਼ਾਹ ਜੀ ਦੇ ਉੱਥੇ ਹੀ ਹੱਥ ਜੁੜ ਗਏ, ਉੱਥੇ ਹੀ ਅੱਖਾਂ ਦੇ ਵਿੱਚ ਨੀਰ ਵਹਿ ਤੁਰਿਆ। ਇੱਕ ਪਾਸੇ ਕੱਚੇ ਸਨ
ਜਿਹੜੇ ਆਪਣੇ ਕੋਲ ਲੈ ਕੇ ਗਏ ਉਹਨਾਂ ਕੱਚਿਆਂ ਨੂੰ ਵੇਖ ਕੇ ਵੀ ਅੰਦਰ ਪਿਆਰ ਨਾ ਜਾਗਿਆ। ਤੇ ਇੱਕ ਪਾਸੇ ਸੱਚਾ ਗੁਰੂ ਹੈ, ਸੱਚੇ ਗੁਰੂ ਦੇ ਨਾਲ ਅਜੇ ਮੇਲ ਵੀ ਨਹੀਂ ਹੋਇਆ ਆਮਣੇ ਸਾਹਮਣੇ, ਤੇ ਸੱਚੇ ਗੁਰੂ ਦੇ ਬਚਨ ਜਿਹੜੇ ਨੇ ਉਹ ਸੁਣਦਿਆਂ ਸਾਰੀ ਹਿਰਦੇ ਦੇ ਵਿੱਚ ਪ੍ਰੇਮ ਜਾਗ ਗਿਆ ਕਿ ਅਸਲ ਦੇ ਵਿੱਚ ਇਹੋ ਹੀ ਸੱਚਾ ਗੁਰੂ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਜੋ ਸਮਝਾਇਆ ਵੀ ਗੁਰੂ ਦੇ ਦਰਬਾਰ ਦੇ ਅੰਦਰ ਆਉਣਾ, ਗੁਰੂ ਦੇ ਘਰ ਵਿੱਚ ਆਉਣਾ ਤੇ ਨਿਮਾਣੇ ਬਣ ਕੇ, ਨੀਵੇਂ ਬਣ ਕੇ, ਬੜੀ ਹੀ ਨਿਮਰਤਾ ਦੇ ਨਾਲ, ਬੜੀ ਹੀ ਭਾਵਨਾ ਦੇ ਨਾਲ, ਜਿਹੜੇ ਭਾਵਨਾ ਕਰਕੇ ਆਉਂਦੇ ਨੇ ਉਹ ਇੱਥੋਂ ਬੜੀਆਂ ਹੀ ਝੋਲੀਆਂ ਭਰ ਕੇ ਆਪਣੀਆਂ ਲੈ ਜਾਂਦੇ, ਤੇ ਜਿਹੜੇ ਉੱਚੇ ਬਣ ਕੇ ਆਉਂਦੇ ਨੇ ਉਹ ਝੋਲੀਆਂ ਖਾਲੀ ਹੀ ਰਹਿ ਜਾਂਦੀਆਂ ਨੇ। ਸਾਧ ਸੰਗਤ, ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਕੀਤੇ, ਔਖਦ ਖਾਇਓ ਹਰ ਕੋ ਨਾਉ। ਜਿਨ੍ਹਾਂ ਨੇ ਆਪਣੇ ਸਤਿਗੁਰੂ ਦੀ ਸੰਗਤ ਕਰਕੇ ਗੁਰੂ ਦੇ ਕੋਲੋਂ ਨਾਮ ਦੀ ਔਖਦ ਪ੍ਰਾਪਤ ਕੀਤੀ ਹੈ, ਨਾਮ ਦੀ ਦਵਾਈ ਪ੍ਰਾਪਤ ਕੀਤੀ, ਫਿਰ ਉਹਨਾਂ ਦੇ ਜੀਵਨ ਦੇ ਵਿੱਚ ਕੀ ਕਿਰਪਾ ਹੁੰਦੀ, ਕੀ ਬਖਸ਼ਿਸ਼ ਹੁੰਦੀ ਹੈ ਕਿ ਜੀਵਨ ਦੇ ਵਿੱਚੋਂ ਦੁੱਖ ਖਤਮ ਹੋ ਜਾਂਦੇ ਨੇ ਤੇ ਜੀਵਨ ਸੁੱਖਾਂ ਵਾਲਾ ਬਣ ਜਾਂਦਾ। ਦੁੱਖਾਂ ਦਾ ਡੇਰਾ ਜੀਵਨ ਦੇ ਵਿੱਚੋਂ ਖਤਮ ਹੋ ਜਾਂਦਾ, ਦੁੱਖਾਂ ਦਾ ਡੇਰਾ ਢਹਿ ਜਾਂਦਾ ਹੈ। ਦੁੱਖ ਖਤਮ ਹੁੰਦੇ ਨੇ ਨਾਮ ਦੇ ਨਾਲ। ਅਸੀਂ ਰੋਜ਼ਾਨਾ ਹੀ ਪੜ੍ਹਦੇ ਹਾਂ, ਗਾ ਵੀ ਹੈ, ਸੁਣੀ ਹੈ, ਮਨ ਰੱਖੀਐ ਭਾਉ, ਦੁੱਖ ਪਰਹਰ ਸੁੱਖ ਘਰ ਲੈ ਜਾਏ। ਜਿਹੜੇ ਹੀ ਬੜੀ ਭਾਵਨਾ ਦੇ ਨਾਲ ਗਾਉਂਦੇ ਹਨ, ਸੁਣਦੇ ਹਨ, ਆਪਣੇ ਮਨ ਦੇ ਅੰਦਰ ਭਾਉ ਰੱਖਦੇ ਹਨ, ਪਿਆਰ ਰੱਖਦੇ ਹਨ, ਨਾਮ ਦੇ ਨਾਲ, ਬੰਦਗੀ ਦੇ ਨਾਲ, ਸਿਮਰਨ ਦੇ ਨਾਲ, ਜਿਨ੍ਹਾਂ ਦੇ ਜੀਵਨ ਦੇ ਅੰਦਰ ਪਿਆਰ ਹੈ ਸਾਧ ਸੰਗਤ, ਉਹਨਾਂ ਦੇ ਜੀਵਨ ਦੇ ਅੰਦਰ ਫਿਰ ਦੁੱਖ ਨਹੀਂ, ਸੁੱਖ ਹੀ ਹੁੰਦੇ ਹਨ। ਵੈਸੇ ਮਨੁੱਖ ਸੁੱਖ ਜਿਹੜੇ ਨੇ ਉਹ ਬਾਹਰ ਲੱਭਦਾ ਹੈ। ਅਸੀਂ ਬੜੇ ਹੀ ਛਿਣ ਭੰਗਰ ਦੇ ਸੁੱਖ ਲੱਭਦੇ ਹਾਂ। ਮਨੁੱਖ ਸੋਚਦਾ ਹੈ ਕਿ ਬਹੁਤਾ ਧਨ ਮੇਰੇ ਕੋਲ ਹੋਵੇਗਾ ਤੇ ਸੁਖੀ ਹੋ ਜਾਵਾਂਗਾ। ਕੋਈ ਸੋਚਦਾ ਹੈ, ਕੋਈ ਨਾਚ ਗਾਣਿਆਂ ਨੂੰ ਦੇਖ ਕੇ ਆਪਣੇ ਆਪ ਨੂੰ ਸੁਖੀ ਦਾ ਕਰਨ ਦਾ ਯਤਨ ਕਰਦਾ ਆ। ਕੋਈ ਮਨੁੱਖ ਹੋਰ ਯਤਨ ਕਰਦਾ। ਬਾਣੀ ਨੇ ਬੜਾ ਪਿਆਰਾ ਫੈਸਲਾ ਦਿੱਤਾ, ਸੁੱਖ ਨਾਹੀ ਬਹੁਤੇ ਧਨ ਖਾਟੇ, ਸੁੱਖ ਨਾਹੀ ਪੇਖੇ ਨਿਰਤ ਨਾਟੇ, ਸੁੱਖ ਨਾਹੀ ਬਹੁ ਦੇਸ਼ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਨਾ ਤੇ ਬਹੁਤਾ ਧਨ ਖੱਟਣ ਦੇ ਵਿੱਚ ਸੁੱਖ ਹੈ, ਨਾ ਬਹੁਤੇ ਐਸ਼ੋ ਆਰਾਮ ਦੇ ਅੰਦਰ ਕੋਈ ਸੁੱਖ ਹੈ, ਨਾ ਹੀ ਬਹੁਤੇ ਦੇਸ਼ਾਂ ਤੇ ਜੇ ਕੋਈ ਕਬਜ਼ਾ ਕਰ ਲਵੇ ਉਹਦੇ ਅੰਦਰ ਸੁੱਖ ਹੈ। ਸੁੱਖ ਕੇਵਲ ਤੇ ਕੇਵਲ ਪਰਮਾਤਮਾ ਦੇ ਨਾਮ ਦੇ ਅੰਦਰ ਹੈ। ਸਾਧ ਸੰਗਤ, ਗੁਰਬਾਣੀ ਦੇ ਅੰਦਰ ਸੁੱਖ ਦੁੱਖ ਦੀ ਇਸ ਵਿਸ਼ੇ ਦੀ ਬੜੀ ਵਿਆਖਿਆ ਕੀਤੀ ਗਈ ਮਿਲਦੀ ਹੈ ਤੇ ਬੜੇ ਹੀ ਪੱਖਾਂ ਤੋਂ ਇਹ ਵਿਆਖਿਆ ਕੀਤੀ ਗਈ, ਕਿਉਂਕਿ ਦੁੱਖ ਦਾ ਕੋਈ ਇੱਕ ਰੂਪ ਨਹੀਂ ਹੈ, ਦੁੱਖ ਦੇ ਅਨੇਕਾਂ ਹੀ ਰੂਪ ਹਨ। ਬਾਣੀ ਦੇ ਹੀ ਬਚਨ ਹਨ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ। ਬੜੀ ਤਰ੍ਹਾਂ ਦੇ ਦੁੱਖ ਨੇ, ਭੁੱਖ ਵੀ ਇੱਕ ਦੁੱਖ ਹੈ, ਵਿਛੋੜਾ ਵੀ ਇੱਕ ਦੁੱਖ ਹੈ, ਜਮਦੂਤਾਂ ਦੀ ਮਾਰ ਵੀ ਇੱਕ ਦੁੱਖ ਹੈ, ਰੋਗ ਲੱਗਣੇ ਸਰੀਰ ਨੂੰ, ਸਰੀਰ ਦਾ ਬਿਨਸ ਜਾਣਾ ਇਹ ਵੀ ਇੱਕ ਦੁੱਖ ਹੈ। ਬੜੀ ਤਰ੍ਹਾਂ ਦਾ ਦੁੱਖ ਹਨ ਸਾਧ ਸੰਗਤ ਜੀਵਨ ਦੇ ਅੰਦਰ। ਖੈਰ ਇਹ ਇੱਕ ਵੱਖਰਾ ਵਿਸ਼ਾ। ਮੈਂ ਜਿਹੜੀ ਬੇਨਤੀ ਕਰਨੀ ਚਾਹ ਰਿਹਾ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਇੱਕ ਬੜੇ ਪਿਆਰੇ ਬਚਨ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਸਾਧ ਸੰਗਤ ਖਿਆਲ ਕਰਿਓ, ਦੁੱਖ ਅਤੇ ਸੁੱਖ ਇੱਕ ਭਾਵਨਾ ਹੈ। ਦੁੱਖ ਅਤੇ ਸੁੱਖ ਇੱਕ ਭਾਵਨਾ ਦੇ ਰੂਪ ਦੇ ਵਿੱਚ ਹੈ। ਦੁੱਖ ਕਿਸ ਦੇ ਜੀਵਨ ਦੇ ਵਿੱਚ ਹੁੰਦਾ, ਦੁਖੀ ਕੌਣ ਹੁੰਦਾ? ਅਸਲ ਦੇ ਵਿੱਚ ਦੁੱਖ ਮਨੁੱਖ ਨੂੰ ਦੁਖੀ ਨਹੀਂ ਕਰਦੇ। ਦੁੱਖ ਤਾਂ ਹਰ ਇੱਕ ਦੇ ਜੀਵਨ ਦੇ ਵਿੱਚ ਆਉਂਦੇ ਨੇ। ਮਨੁੱਖ ਦੁੱਖਾਂ ਦੇ ਕਰਕੇ ਦੁਖੀ ਨਹੀਂ ਹੁੰਦਾ। ਜੇ ਦੁੱਖ ਆ ਜਾਣ, ਮਨੁੱਖ ਦੁਖੀ ਉਦੋਂ ਹੁੰਦਾ ਜਦੋਂ ਦੁੱਖਾਂ ਨੂੰ ਮੰਨਦਾ ਹੈ, ਦੁੱਖਾਂ ਨੂੰ ਮਹਿਸੂਸ ਕਰਦਾ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਬਚਨ ਹਨ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੈ। ਜਿਹਦੇ ਤੇ ਇਹ ਕਿਰਪਾ ਹੋ ਜਾਵੇ, ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉ ਪਾਣੀ ਸੰਗ ਪਾਣੀ। ਜਿਹਦੇ ਤੇ ਗੁਰੂ ਦੀ ਕਿਰਪਾ ਹੋ ਗਈ, ਉਹਨੇ ਜੁਗਤੀ ਪਛਾਣ ਲਈ। ਜੁਗਤੀ ਕੀ ਹੈ? ਗੁਰੂ ਕਿਹੜੀ ਜੁਗਤੀ ਦੱਸਦੇ ਨੇ? ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ। ਦੁੱਖ ਜ਼ਿੰਦਗੀ ਦੇ ਵਿੱਚ ਆਉਂਦਾ ਜ਼ਰੂਰ ਹੈ, ਦੁੱਖ ਵਾਲਾ ਸਮਾਂ ਆਉਂਦਾ ਜ਼ਰੂਰ ਹੈ, ਕਸ਼ਟਾਂ ਵਾਲਾ, ਮੁਸੀਬਤਾਂ ਵਾਲਾ ਸਮਾਂ ਆਉਂਦਾ ਜ਼ਰੂਰ ਹੈ, ਪਰ ਜਿਹੜਾ ਗੁਰੂ ਦਾ ਸਿੱਖ ਹੈ, ਜਿਹਨੇ ਆਪਣੇ ਜੀਵਨ ਦੇ ਵਿੱਚ ਗੁਰਬਾਣੀ ਦੇ ਨਾਲ ਜਿਹੜਾ ਜੁੜਿਆ ਹੋਇਆ, ਗੁਰੂ ਦੇ ਸ਼ਬਦ ਦਾ ਪੱਲਾ ਫੜਿਆ ਹੋਇਆ, ਭਾਵ ਕਿ ਜਿਹੜਾ ਗੁਰੂ ਵਾਲਾ ਬਣਿਆ ਹੋਇਆ, ਜੇ ਉਹਦੇ ਜੀਵਨ ਦੇ ਵਿੱਚ ਦੁੱਖਾਂ ਦਾ ਸਮਾਂ ਆਉਂਦਾ ਵੀ ਹੈ ਤਾਂ ਦੁੱਖ ਉਹਨੂੰ ਕਦੇ ਵੀ ਦੁਖੀ ਨਹੀਂ ਕਰ ਸਕਦੇ। ਹੁਣ ਖਿਆਲ ਕਰੋ, ਸਾਡੇ ਸਰੀਰ ਤੇ ਕੋਈ ਫੱਟ ਲੱਗ ਜਾਵੇ, ਕੋਈ ਜ਼ਖਮ ਹੋ ਜਾਵੇ, ਤੇ ਅਸੀਂ ਕਵਾਂਗੇ ਵੀ ਬੜਾ ਭਾਰਾ ਦੁੱਖ ਹੈ, ਸਾਨੂੰ ਦਰਦ ਹੋਵੇਗੀ, ਦੁੱਖ ਵੀ ਆਪਾਂ ਉਹਦਾ ਮਹਿਸੂਸ ਕਰਾਂਗੇ। ਸਾਡਾ ਖੂਨ ਵਗ ਜਾਵੇ ਕਿਤੇੋਂ, ਕੋਈ ਜ਼ਖਮ ਹੈ, ਅਸੀਂ ਦੁਖੀ ਹੋਵਾਂਗੇ। ਪਰ ਅਸੀਂ ਆਪਣਾ ਇਤਿਹਾਸ ਪੜ੍ਹ ਕੇ ਵੇਖੀਏ ਸਾਧ ਸੰਗਤ, ਜਿੰਨੀਆਂ ਸ਼ਹਾਦਤਾਂ ਸਿੱਖ ਇਤਿਹਾਸ ਦੇ ਅੰਦਰ ਹੋਈਆਂ ਨੇ, ਸਾਡੇ ਧਰਮ ਦੇ ਅੰਦਰ ਹੋਈਆਂ,
ਇਹਦੀ ਮਿਸਾਲ ਦੁਨੀਆ ਦੀ ਹੋਰ ਕਿਸੇ ਕੌਮ ਦੇ ਇਤਿਹਾਸ ਦੇ ਵਿੱਚ ਨਹੀਂ ਮਿਲਦੀ। ਕਿੰਨੀਆਂ ਸ਼ਹਾਦਤਾਂ ਨੇ, ਪਰ ਗੁਰੂ ਕੇ ਸਿੱਖ ਜਿਹੜੇ ਨੇ ਉਹ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਨੇ। ਉਹਨਾਂ ਦੇ ਜੀਵਨ ਦੇ ਵਿੱਚ ਕੋਈ ਵੀ ਦੁੱਖ ਨਹੀਂ। ਆਪਾਂ ਜਿਸ ਪਾਵਨ ਅਸਥਾਨ ਤੇ ਜੁੜ ਬੈਠੇ ਹਾਂ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਪਹਿਲਾਂ ਸਤਿਗੁਰੂ ਪਾਤਸ਼ਾਹ ਜੀ ਦੇ ਸਨਮੁਖ ਸਤਿਗੁਰਾਂ ਦੇ ਸਾਹਮਣੇ ਉਹਨਾਂ ਦੇ 3 ਪਿਆਰੇ ਗੁਰਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਤੇ ਵੱਡੇ ਤੋਂ ਵੱਡਾ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਸਾਧ ਸੰਗਤ, ਭਾਈ ਮਤੀ ਦਾਸ ਜੀ ਨੂੰ ਆਰੇ ਦੇ ਨਾਲ ਚੀਰਿਆ, ਭਾਈ ਸਤੀ ਦਾਸ ਜੀ ਨੂੰ ਰੂੰਚ ਬੰਨ੍ਹ ਕੇ ਸਾੜ ਕੇ ਸ਼ਹੀਦ ਕੀਤਾ ਗਿਆ, ਭਾਈ ਦਇਆਲਾ ਜੀ ਨੂੰ ਉਬਲਦੀ ਦੇਗ ਦੇ ਵਿੱਚ ਬਿਠਾ ਕੇ ਸ਼ਹੀਦ ਕੀਤਾ ਗਿਆ। ਹੁਣ ਆਰੇ ਦੇ ਨਾਲ ਸਰੀਰ ਦਾ ਚੀਰਿਆ ਜਾਣਾ, ਅੱਗ ਦੇ ਅੰਦਰ ਸਰੀਰ ਦਾ ਸੜਨਾ, ਇਹ ਸਾਰੇ ਦੁੱਖ ਹੀ ਹਨ। ਪਰ ਜੀਵ ਦੇ, ਮਨੁੱਖ ਦੇ ਜੀਵਨ ਦੇ ਅੰਦਰ ਦੁੱਖ ਉਦੋਂ ਹੀ ਉਹਨੂੰ ਦੁਖੀ ਕਰਦਾ ਜਦੋਂ ਮਹਿਸੂਸ ਕਰਦਾ ਇਹਨਾਂ ਗੁਰਮੁਖ ਪਿਆਰਿਆਂ ਨੂੰ ਇੰਨੇ ਤਸੀਹੇ ਦਿੱਤੇ ਗਏ, ਪਰ ਇਹਨਾਂ ਦੇ ਜੀਵਨ ਦੇ ਅੰਦਰ ਦੁੱਖ ਨਹੀਂ ਆਇਆ। ਇਹਨਾਂ ਨੇ ਉਹ ਸਾਰੇ ਹੀ ਤਸੀਹਿਆਂ ਨੂੰ ਹੱਸ ਹੱਸ ਕੇ ਝੱਲਿਆ। ਉਹਦਾ ਕਾਰਨ ਇੱਕੋ ਹੀ ਹੈ, ਇਹਨਾਂ ਨੂੰ ਇਹ ਵੀ ਆਖਿਆ ਗਿਆ ਤੁਹਾਡੀ ਜ਼ਿੰਦਗੀ ਬਖਸ਼ ਦਿੱਤੀ ਜਾਵੇਗੀ, ਤੁਹਾਡੀ ਜ਼ਿੰਦਗੀ ਸਹੀ ਸਲਾਮਤ ਰਹੇਗੀ, ਤੁਸੀਂ ਦੀਨੇ ਇਸਲਾਮ ਕਬੂਲ ਕਰ ਲਓ, ਆਪਣੇ ਧਰਮ ਨੂੰ ਛੱਡ ਦਿਓ। ਪਰ ਆਪਣੇ ਫੈਸਲੇ ਤੇ ਅਟਲ ਰਹਿ ਕੇ ਸ਼ਹਾਦਤਾਂ ਦਿੱਤੀਆਂ। ਦੁੱਖ ਵਾਲੇ ਸਮੇਂ ਦੇ ਅੰਦਰ ਦੁੱਖ ਮਹਿਸੂਸ ਨਾ ਕੀਤਾ। ਕਿਉਂ ਨਾ ਕੀਤਾ? ਕਿਉਂਕਿ ਕੋਲ ਗੁਰੂ ਦੇ ਸ਼ਬਦ ਦਾ ਆਸਰਾ ਹੈ। ਸਾਹਮਣੇ ਉਹ ਗੁਰੂ ਸੁਸ਼ੋਭਿਤ ਹਨ ਜਿਨ੍ਹਾਂ ਨੇ ਇਹ ਗੱਲ ਸਮਝਾ ਦਿੱਤੀ ਹੈ, ਚਿੰਤਾ ਤਾਕੀ ਕੀਜੀਏ ਜੋ ਅਣਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਜਿਹੜੇ ਗੁਰੂ ਨੇ ਇਹ ਸਮਝਾ ਦਿੱਤਾ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ, ਜੋ ਵੀ ਪੈਦਾ ਹੋਇਆ ਉਹਨੇ ਇੱਕ ਦਿਨ ਸੰਸਾਰ ਤੋਂ ਜਾਣਾ, ਅੱਜ ਨਹੀਂ ਤੇ ਕੱਲ ਨੂੰ ਵਾਰੀ ਆ ਜਾਵੇਗੀ। ਇਹਨਾਂ ਗੁਰਸਿੱਖਾਂ ਨੇ ਇਹ ਸਾਰੀਆਂ ਸ਼ਹਾਦਤਾਂ ਹੋਈਆਂ। ਕਿੰਨੀਆਂ ਸ਼ਹਾਦਤਾਂ, ਕਿੰਨੇ ਤਸੀਹੇ ਸਿੱਖ ਇਤਿਹਾਸ ਦੇ ਅੰਦਰ ਨੇ। ਸਾਧ ਸੰਗਤ, ਇੱਥੋਂ ਤੇ ਆਰੰਭਤਾ ਹੀ ਹੁੰਦੀ ਹੈ ਨਾ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੀ ਸ਼ਹਾਦਤ ਤੋਂ। ਇਹ ਦੌਰ ਤੇ ਤਸੀਹਿਆਂ ਦਾ ਅੱਗੇ ਜਾ ਕੇ ਚੱਲਦਾ ਸਾਰੀ 18ਵੀਂ ਸਦੀ ਦੇ ਅੰਦਰ। ਪਰ ਇੱਕ ਵੀ ਸਿੱਖ ਦੇ ਬਾਬਤ ਅਸੀਂ ਨਹੀਂ ਪੜਾਂਗੇ ਜਿਨ੍ਹੇ ਕਦੇ ਸਾਧ ਸੰਗਤ ਜੀ ਆਪਣੇ ਧਰਮ ਦਾ ਪੱਲਾ ਛੱਡਿਆ ਹੋਵੇ। ਕਿਉਂ? ਕਿਉਂਕਿ ਜੀਵਨ ਦੇ ਅੰਦਰ ਉਹਨਾਂ ਦੇ ਗੁਰੂ ਦਾ ਸ਼ਬਦ ਹੈ, ਤੇ ਜਿੱਥੇ ਗੁਰੂ ਦੇ ਸ਼ਬਦ ਦਾ ਆਸਰਾ ਹੋਵੇ ਉੱਥੇ ਫਿਰ ਜੀਵ ਕਦੀ ਵੀ ਡੋਲਦਾ ਨਹੀਂ, ਦੁੱਖਾਂ ਦੇ ਅੰਦਰ ਵੀ ਦੁੱਖ ਨਹੀਂ ਮਨਾਉਂਦਾ। ਗੁਰੂ ਪਾਤਸ਼ਾਹ ਜੀ ਦੇ ਬਾਣੀ ਅੰਦਰ ਅਸੀਂ ਬਚਨ ਪੜ੍ਹਦੇ ਹਾਂ ਨਾ, ਜਿਉ ਮੰਦਰ ਕੋ ਥੰਮੈ ਥੰਮਣ ਤਿਉ ਗੁਰ ਕਾ ਸ਼ਬਦ ਮਣੇ ਅਸਥੰਮਣ। ਜਿਵੇਂ ਕੋਈ ਇਮਾਰਤ ਨੂੰ ਥੰਮ, ਪਿੱਲਰ ਜਿਹੜੇ ਥੰਮ ਕੇ ਰੱਖਦੇ ਨੇ, ਡਿੱਗਣ ਨਹੀਂ ਦਿੰਦੇ, ਡੋਲਣ ਨਹੀਂ ਦਿੰਦੇ, ਉਸੇ ਤਰ੍ਹਾਂ ਹੀ ਸਾਧ ਸੰਗਤ ਜੀ ਗੁਰੂ ਦਾ ਸ਼ਬਦ ਅਤੇ ਪਰਮਾਤਮਾ ਦਾ ਨਾਮ ਹੈ। ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮਨ ਤਾਣੀ, ਡਿੱਗੈ ਨਾ ਡੋਲੈ, ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ। ਉਹਨਾਂ ਜੀਆਂ ਦੇ ਜੀਵਨ ਦੇ ਵਿੱਚ ਦੁੱਖ ਦੁਖੀ ਨਹੀਂ ਉਹਨਾਂ ਨੂੰ ਕਰਦਾ। ਦੁੱਖ ਆਉਂਦਾ ਤੇ ਹੈ, ਪਰ ਉਹ ਜੀਵ ਦੁੱਖਾਂ ਤੋਂ ਦੁਖੀ ਨਹੀਂ ਹੁੰਦੇ ਜਿਨ੍ਹਾਂ ਦੇ ਜੀਵਨ ਦੇ ਅੰਦਰ ਸਤਿਗੁਰੂ ਦੀ ਬਾਣੀ ਦਾ ਆਸਰਾ ਹੈ, ਸਤਿਗੁਰੂ ਦਾ ਭਰੋਸਾ ਹੈ। ਸਾਧ ਸੰਗਤ, ਸੋ ਸਤਿਗੁਰੂ ਪਾਤਸ਼ਾਹ ਜੀ ਬੜੇ ਬਚਨ ਪਿਆਰੇ ਕਰਕੇ ਸਮਝਾ ਰਹੇ ਨੇ, ਜਿਨ੍ਹਾਂ ਨੇ ਇਹ ਔਖਦ ਨਾਮ ਦੀ ਦਵਾਈ ਲੈ ਲਈ। ਵੈਸੇ ਨਾਮ ਦੀ ਦਵਾਈ ਹੈ ਸਾਡੇ ਸਾਰਿਆਂ ਦੇ ਕੋਲ ਹੀ ਹੈ, ਹਰ ਇੱਕ ਮਨੁੱਖ ਦੇ ਕੋਲ। ਬਾਣੀ ਦੇ ਅੰਦਰ ਬੜੇ ਪਿਆਰੇ ਬਚਨ ਹਨ, ਹਰ ਔਖਦ ਸਭ ਘਟ ਹੈ ਭਾਈ। ਸਾਰਿਆਂ ਦੇ ਹਿਰਦੇ ਦੇ ਅੰਦਰ ਇਹ ਔਖਦ, ਇਹ ਨਾਮ ਦੀ ਦਾਤ ਹੈ। ਪਰ ਪ੍ਰਾਪਤ ਕਿਉਂ ਨਹੀਂ ਹੁੰਦੀ? ਮਨੁੱਖ ਦੁਖੀ ਕਿਉਂ ਹੁੰਦਾ ਹੈ? ਕਿਉਂਕਿ ਪੂਰੇ ਬਿਨ ਪੂਰੇ ਗੁਰ ਬਿਦ ਨਾ ਬਣਾਈ। ਪੂਰੇ ਗੁਰੂ ਤੋਂ ਬਿਨਾਂ ਇਹ ਬਿਦ ਬਣਦੀ ਨਹੀਂ ਹੈ, ਪੂਰੇ ਗੁਰੂ ਤੋਂ ਬਿਨਾਂ ਇਹ ਮਿਲਦੀ ਨਹੀਂ ਹੈ। ਪੂਰੇ ਸਤਿਗੁਰੂ ਨੇ ਹੀ ਜਦੋਂ ਕਿਰਪਾ ਕੀਤੀ, ਪੂਰਾ ਗੁਰ ਸੰਜਮ ਕਰਦੀ, ਗੁਰ ਪੂਰਾ ਸੰਜਮ ਕਰ ਦਿਆ। ਜਦੋਂ ਗੁਰੂ ਪੂਰੇ ਨੇ ਕਿਰਪਾ ਕੀਤੀ, ਨਾਲ ਸੰਜਮ ਦੇ ਦਿੱਤਾ, ਪਰਹੇਜ਼ ਦੇ ਦਿੱਤਾ, ਗੁਰੂ ਪੂਰੇ ਦੀ ਕਿਰਪਾ ਦੇ ਨਾਲ ਜਦੋਂ ਇਹ ਦਵਾਈ ਨਾਮ ਦੀ ਦਾਤ ਮਿਲਦੀ ਹੈ, ਫਿਰ ਕੀ ਬਖਸ਼ਿਸ਼ ਹੁੰਦੀ ਹੈ। ਨਾਨਕ ਤਉ ਫਿਰ ਦੁੱਖ ਨਾ ਥੀਆ, ਉਹਦੀ ਜ਼ਿੰਦਗੀ ਦੇ ਅੰਦਰ ਫਿਰ ਕਦੇ ਵੀ ਦੁੱਖ ਨਹੀਂ ਹੁੰਦਾ। ਦੁੱਖਾਂ ਦਾ ਡੇਰਾ ਜ਼ਿੰਦਗੀ ਦੇ ਵਿੱਚੋਂ ਢਹਿ ਜਾਂਦਾ। ਸੁਖ ਪਾਏ ਦੁੱਖ ਬਿਨਸਿਆ ਥਾਉ, ਦੁੱਖਾਂ ਦਾ ਥਾਂ ਟਿਕਾਣਾ ਹੀ ਜੀਵਨ ਦੇ ਵਿੱਚੋਂ ਖਤਮ ਹੋ ਜਾਂਦਾ। ਅਸੀਂ ਬਚਨ ਪੜ੍ਹਦੇ ਹਾਂ ਬੜੇ ਪਿਆਰੇ, ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ। ਜਿਨ੍ਹਾਂ ਨੂੰ ਪਰਮੇਸ਼ਰ ਨੇ ਬੰਨਾ ਦੇ ਦਿੱਤਾ, ਬੰਨੇ ਦਾ ਭਾਵ ਹੈ ਪਾਸਾ, ਭਾਵ ਕਿ ਪਰਮੇਸ਼ਰ ਦਾ ਪਾਸਾ, ਪਰਮੇਸ਼ਰ ਦੀ ਸ਼ਰਨ। ਜਿਹੜੇ ਪਰਮੇਸ਼ਰ ਵਾਲੇ ਪਾਸੇ ਹੋ ਗਏ, ਰੱਬ ਜੀ ਵਾਲੇ ਪਾਸੇ ਹੋ ਗਏ, ਪ੍ਰਮਾਤਮਾ ਦੀ ਸ਼ਰਨ ਵਿੱਚ ਪੈ ਗਏ, ਉਹਨਾਂ ਦੇ ਜੀਵਨ ਦੇ ਵਿੱਚੋਂ ਦੁੱਖਾਂ ਦਾ ਡੇਰਾ ਹੀ ਢਹਿ ਜਾਂਦਾ ਹੈ। ਦੁੱਖਾਂ ਦਾ ਕੋਈ ਥਾਂ ਟਿਕਾਣਾ ਹੀ ਉਹਨਾਂ ਦੇ ਜੀਵਨ ਦੇ ਵਿੱਚ ਨਹੀਂ ਰਹਿੰਦਾ। ਸਾਧ ਸੰਗਤ, ਉਹ ਜੀਵ ਹਮੇਸ਼ਾ ਹੀ ਸੁਖੀ ਰਹਿੰਦੇ ਹਨ, ਸੁਖੀ ਵਸਦੇ ਹਨ। ਸਤਿਗੁਰੂ ਪਾਤਸ਼ਾਹ ਜੀ ਆਖਰ 'ਚ ਬੜਾ ਪਿਆਰਾ ਸਮਝਾ ਰਹੇ ਨੇ, ਜੀ ਜੰਤ ਸਗਲ ਸੁਖ ਪਾਇਆ। ਐਸੇ ਸਾਰੇ ਹੀ ਜੀਵ
ਉਹ ਹਮੇਸ਼ਾ ਹੀ ਸੁੱਖ ਪਾਉਂਦੇ ਨੇ। ਸੁੱਖ ਦੇ ਅੰਦਰ ਉਹਨਾਂ ਦਾ ਸਾਰਾ ਜੀਵਨ ਹੁੰਦਾ ਹੈ। ਜਿਨ੍ਹਾਂ ਨੇ ਗੁਰੂ ਦੇ ਕੋਲੋਂ ਪ੍ਰਮਾਤਮਾ ਦੇ ਨਾਮ ਦੀ ਦਾਤ ਲੈ ਲਈ, ਜਿਹੜੇ ਬਾਣੀ ਦੇ ਨਾਲ, ਨਾਮ ਸਿਮਰਨ ਦੇ ਨਾਲ ਜੁੜ ਗਏ। ਬਚਨ ਅਸੀਂ ਪੜ੍ਹਦੇ ਹਾਂ, ਊਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲੱਗੈ ਜਾਂ ਐਸੇ ਬੁਝੀਆ। ਜਿਨੇ ਇਹ ਸਮਝ ਲਿਆ ਉਹਨੂੰ ਕਦੇ ਵੀ ਦੁੱਖ ਨਹੀਂ ਲੱਗਦਾ, ਉਹ ਹਮੇਸ਼ਾ ਸੁਖੀ ਹੈ। ਕੀ ਸਮਝ ਲਿਆ? ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾਂਕਾ ਅੰਤਰਜਾਮੀ। ਉਹ ਅੰਤਰਜਾਮੀ ਜਾਣਨ ਵਾਲਾ ਉਹੀ ਰਾਖਾ ਚਾਰ ਚਫੇਰੇ। ਤੇ ਮਨੁੱਖ ਇਹ ਸਮਝਦਾ ਕਦੋਂ ਹੈ? ਇਹ ਬਖਸ਼ਿਸ਼ ਹੁੰਦੀ ਕਦੋਂ ਹੈ? ਮਨੁੱਖ ਨੂੰ ਇਹ ਸਮਝ ਕਦੋਂ ਪਵੇਗੀ ਕਿ ਰਾਖਾ ਏਕ ਹਮਾਰਾ ਸੁਆਮੀ? ਇਹ ਸਮਝ ਉਦੋਂ ਪੈਂਦੀ ਹੈ ਸਾਧ ਸੰਗਤ, ਜਦੋਂ ਇਹ ਬਖਸ਼ਿਸ਼ ਹੋ ਜਾਵੇ। ਕਿਹੜੀ? ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਜਦੋਂ ਗੁਰੂ ਨੇ ਇਹ ਮੰਤਰ ਦ੍ਰਿੜ ਕਰਵਾ ਦਿੱਤਾ, ਜਦੋਂ ਗੁਰੂ ਨੇ ਇਹ ਬਖਸ਼ਿਸ਼ ਕਰ ਦਿੱਤੀ, ਨਾਮ ਦੀ ਦਾਤ ਗੁਰੂ ਦੇ ਕੋਲੋਂ ਮਿਲਣੀ ਹੈ। ਤੇ ਗੁਰੂ ਦੇ ਕੋਲੋਂ ਜਦੋਂ ਨਾਮ ਦੀ ਦਾਤ ਜੀਵ ਨੂੰ ਮਿਲ ਜਾਵੇ, ਉਹਦੇ ਤੋਂ ਬਾਅਦ ਵਿੱਚ ਇਹ ਬਖਸ਼ਿਸ਼ ਹੋ ਜਾਂਦੀ ਹੈ ਕਿ ਚਾਰ ਚਫੇਰੇ ਹਰ ਥਾਂ ਤੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਉਸ ਦੇ ਦਰਸ਼ਨ ਦਿਦਾਰੇ ਹੁੰਦੇ ਹਨ ਸਾਧ ਸੰਗਤ। ਤੇ ਜਦੋਂ ਚਾਰ ਚਫੇਰੇ ਪਰਮਾਤਮਾ ਦੇ ਦਰਸ਼ਨ ਦਿਦਾਰੇ ਹੋਣ, ਫਿਰ ਕੀ ਕਿਰਪਾ ਹੁੰਦੀ? ਜੀ ਜੰਤ ਸਗਲ ਸੁਖ ਪਾਇਆ। ਐਸੇ ਸਾਰੇ ਹੀ ਜੀਵ ਜਿਨ੍ਹਾਂ ਨੇ ਸਤਿਗੁਰੂ ਦੀ ਕਿਰਪਾ ਨਾਲ ਨਾਮ ਦੀ ਦਾਤ ਪ੍ਰਾਪਤ ਕੀਤੀ, ਉਹ ਹਮੇਸ਼ਾ ਸੁਖੀ ਵਸਦੇ ਹਨ। ਪਾਰ ਬ੍ਰਹਮ ਨਾਨਕ ਮਨ ਧਿਆਇਆ। ਜਿਨ੍ਹਾਂ ਨੇ ਗੁਰੂ ਦੀ ਕਿਰਪਾ ਦੇ ਨਾਲ ਪਾਰ ਬ੍ਰਹਮ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਦੇ ਅੰਦਰ ਧਿਆਇਆ ਹੈ। ਸੋ ਸਾਧ ਸੰਗਤ, ਅੱਜ ਦੇ ਇਹਨਾਂ ਪਾਵਨ ਬਚਨਾਂ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਨੂੰ ਇਹੋ ਹੀ ਸੋਝੀ ਦਿੱਤੀ ਹੈ ਕਿ ਸਤਿਗੁਰੂ ਦੀ ਸੰਗਤ ਕਰਕੇ, ਗੁਰੂ ਦੇ ਕੋਲੋਂ ਨਾਮ ਦੀ ਦਾਤ ਪ੍ਰਾਪਤ ਕਰਕੇ ਨਾਮ ਦੇ ਨਾਲ ਜੁੜੀਏ, ਸਿਮਰਨ ਦੇ ਨਾਲ, ਬੰਦਗੀ ਦੇ ਨਾਲ ਜੁੜੀਏ, ਗੁਰਬਾਣੀ ਦੇ ਨਾਲ ਜੁੜੀਏ। ਜਿਸ ਦੇ ਜੀਵਨ ਦੇ ਅੰਦਰ ਨਾਮ ਬਾਣੀ ਦਾ ਭਰੋਸਾ ਹੈ ਸਾਧ ਸੰਗਤ, ਉਸ ਦਾ ਜੀਵਨ ਹਮੇਸ਼ਾ ਹੀ ਸੁੱਖਾਂ ਵਾਲਾ। ਉਸ ਦੇ ਜੀਵਨ ਦੇ ਅੰਦਰ ਕੋਈ ਵੀ ਦੁੱਖ ਜਿਹੜੇ ਹਨ ਉਹ ਨਹੀਂ ਵਿਆਪਦੇ। ਸਿੰਘ ਸਾਹਿਬ ਜੀ ਨੇ ਇੱਕ ਆਪ ਜੀ ਨੂੰ ਬੇਨਤੀ ਕੀਤੀ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਗੁਰਬਾਣੀ ਦੇ ਕੈਂਪ ਲਗਾਏ ਜਾ ਰਹੇ ਨੇ, ਗੁਰਮੁਖੀ ਆਪਣੇ ਬੱਚਿਆਂ ਨੂੰ ਪੜ੍ਹਾਈਏ। ਸਾਧ ਸੰਗਤ, ਬੜਾ ਜ਼ਰੂਰੀ ਹੈ। ਮੈਂ ਬੇਨਤੀ ਕਰਦਾ ਹੁੰਦਾ ਕਿ ਜੇਕਰ ਸਾਡੇ ਬੱਚਿਆਂ ਨੂੰ ਗੁਰਮੁਖੀ ਦੀ ਸੋਝੀ ਨਹੀਂ ਹੋਵੇਗੀ, ਜੇ ਪੰਜਾਬੀ ਅਸੀਂ ਨਾ ਬੋਲਾਂਗੇ, ਬੱਚਿਆਂ ਨੂੰ ਪੰਜਾਬੀ ਨਾ ਸਿਖਾਵਾਂਗੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚੇ ਉਹ ਫਿਰ ਗੁਰਬਾਣੀ ਦਾ ਪਾਠ ਕਿਵੇਂ ਕਰਨਗੇ? ਕਿਵੇਂ ਗੁਰਬਾਣੀ ਦੀ ਸਮਝ, ਗੁਰਬਾਣੀ ਦੇ ਅਰਥ ਬੋਧ ਦੀ ਸਮਝ ਉਹਨਾਂ ਨੂੰ ਪਵੇਗੀ? ਇਸ ਵਾਸਤੇ ਬੜਾ ਜ਼ਰੂਰੀ ਹੈ ਬੱਚਿਆਂ ਨੂੰ ਗੁਰਮੁਖੀ ਦੇ ਨਾਲ, ਪੰਜਾਬੀ ਦੇ ਨਾਲ ਜੋੜੀਏ। ਊੜਾ ਸੰਭਾਲੀਏ, ਜੂੜੇ ਦੀ ਸੰਭਾਲ ਹੋ ਜਾਵੇਗੀ। ਜੇਕਰ ਊੜਾ ਸੰਭਾਲਿਆ ਜਾਵੇਗਾ, ਜੂੜੇ ਦੀ ਸੰਭਾਲ ਵੀ ਹੋ ਜਾਵੇਗੀ। ਸਾਧ ਸੰਗਤ, ਜ਼ਰੂਰ ਆਪਣੇ ਬੱਚਿਆਂ ਨੂੰ ਗੁਰਮੁਖੀ ਦੇ ਨਾਲ ਜੋੜੀਏ, ਖੁਦ ਵੀ ਪੰਜਾਬੀ ਬੋਲੀਏ, ਆਪਣੇ ਬੱਚਿਆਂ ਦੇ ਵਿੱਚ ਵੀ ਆਦਤ ਪਾਈਏ ਕਿ ਉਹ ਵੀ ਪੰਜਾਬੀ ਦੇ ਨਾਲ, ਗੁਰਮੁਖੀ ਦੇ ਨਾਲ ਉਹਨਾਂ ਦੀ ਸਾਂਝ ਬਣ ਸਕੇ। ਇੰਨੀਆਂ ਬੇਨਤੀਆਂ ਆਪ ਸੰਗਤ ਨੇ ਪ੍ਰਵਾਨ ਕਰਨੀਆਂ। ਹੋਈਆਂ ਬੇਅੰਤ ਹੀ ਭੁੱਲਾਂ ਚੁੱਕਾਂ ਦੀ ਆਪ ਜੀ ਨੇ ਖਿਮਾ ਬਖਸ਼ਿਸ਼ ਕਰਨੀ। ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਜੀ ਦਾ, ਸਮੂਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਅਤੇ ਕੋਟਾਨ ਕੋਟ ਸ਼ੁਕਰਾਨਾ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਆਪਣੇ ਪਾਵਨ ਚਰਨਾਂ ਦੇ ਅੰਦਰ ਸਾਨੂੰ ਸਾਰਿਆਂ ਨੂੰ ਜੁੜ ਬੈਠਣ ਦਾ ਇਹ ਸੁਭਾਗੜਾ ਸਮਾਂ ਬਖਸ਼ਿਸ਼ ਕੀਤਾ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਦਿਆਂ ਹੋਇਆਂ, ਅੱਗੇ ਵਾਸਤੇ ਅਸੀਸ ਬਖਸ਼ਦਿਆਂ ਹੋਇਆਂ, ਆਓ ਸਾਰੀ ਸੰਗਤ ਇੱਕ ਵਾਰ ਫਿਰ ਪਿਆਰ ਅਦਬ ਸਹਿਤ ਸਤਿਗੁਰਾਂ ਦੀ ਬਖਸ਼ਿਸ਼ ਫਤਿਹ ਸਾਂਝੀ ਕਰੋ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ। ਸਨਮਾਨਯੋਗ ਸਤ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਤਵਾਰ ਦਾ ਦਿਨ ਹੈ, ਸੰਗਤ ਦੀ ਤਾਦਾਦ ਬਹੁਤ ਹੈ। ਦਾਸ ਅਕਸਰ ਬੇਨਤੀ ਕਰਦਾ ਹੈ ਕਿ ਸੀਸਗੰਜ ਸਾਹਿਬ ਰੋਜ਼ ਦੀ ਸੰਗਤ ਵੀ ਹੁਣ ਐਤਵਾਰ ਵਰਗੀ ਹੋ ਗਈ ਹੈ। ਸੋ ਬਾਹਰ ਗੱਡੀਆਂ ਬੜੇ ਧਿਆਨ ਨਾਲ ਪਾਰਕ ਕਰਿਆ ਕਰੋ, ਕਿਸੇ ਦਾ ਰਾਹ ਨਾ ਰੁਕੇ। ਤੇ ਜਦ ਤੁਸੀਂ ਸਾਹਮਣੇ ਮੱਥਾ ਟੇਕ ਰਹੇ ਹੋ, ਤੁਹਾਨੂੰ ਸ਼ਹੀਦੀ ਅਸਥਾਨ ਦੇ ਸ਼ੀਸ਼ੇ ਵਿੱਚੋਂ ਬਹੁਤ ਸੋਹਣੇ ਦਰਸ਼ਨ ਦੀਦਾਰੇ ਹੋ ਜਾਂਦੇ ਨੇ। ਮੱਥਾ ਵੀ ਟੇਕ ਲੈਂਦੇ ਹੋ ਤੁਸੀਂ ਸਨਮੁਖ, ਤੇ ਪਿੱਛੋਂ ਜਦੋਂ ਉਤਰਦੇ ਹੋ ਤੇ ਸ਼ਹੀਦੀ ਅਸਥਾਨ ਦੇ ਸਿਰਫ
ਦਰਸ਼ਨ ਕਰਕੇ ਆਪਣਾ ਸਿਰ ਝੁਕਾ ਕੇ ਸਿੱਧਾ ਨਿਕਲਦੇ ਰਹੋ, ਬੈਠ ਕੇ ਕੋਈ ਮੱਥਾ ਨਾ ਟੇਕੇ, ਨਹੀਂ